ਕਿ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਸੰਗਤ ਦੇ ਵਿੱਚ ਆਉਣ ਦਾ ਚਾਅ ਕਿੰਨਾ ਕੁ ਹੁੰਦਾ ਹੈ, ਜਾਂ ਉਹ ਕਿਵੇਂ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ। ਅਸੀਂ ਅਕਸਰ ਇਸ ਗੱਲ ਨੂੰ ਕਹਿ ਦਿੰਦੇ ਹਾਂ ਜੀ, ਸੰਗਤ ਕਰਨੀ ਚਾਹੀਦੀ ਹੈ, ਸੰਗਤ ਦੇ ਵਿੱਚ ਆਉਣਾ ਚਾਹੀਦਾ ਹੈ, ਪਰ ਉਹਦੇ ਲਈ ਇੱਕ ਸ਼ਬਦ ਬੜਾ ਇੰਪੋਰਟੈਂਟ ਹੈ। ਉਹ ਸ਼ਬਦ ਹੈ ਚਾਅ ਦਾ। ਮੈਂ ਇਹ ਗੱਲ ਸ਼ੁਰੂ ਕਰਾਂਗਾ। ਸਤਿਗੁਰੂ ਕਹਿੰਦੇ ਨੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜੇ ਚਾਅ ਹੀ ਨਹੀਂ ਹੈ ਕਿਸੇ ਚੀਜ਼ ਨੂੰ ਕਰਨ ਦਾ, ਤੇ ਬੰਦਾ ਜਦੋਂ ਕਰੇਗਾ ਤੇ ਉਹ ਫਿਰ ਜਸਟ ਇੱਕ ਰੂਟੀਨ ਹੋਵੇਗੀ ਉਹਦੀ। ਇਸ ਕਰਕੇ ਮਹਾਰਾਜ ਜਿੱਥੇ ਇਸ ਗੱਲ ਨੂੰ ਮੰਗਦੇ ਨੇ ਨਾ ਵੀ ਸੱਚੇ ਪਾਤਸ਼ਾਹ ਤੇਰੀ ਭਗਤੀ ਕਰਾਂ, ਤੇ ਉੱਥੇ ਮਹਾਰਾਜ ਕਹਿੰਦੇ ਨੇ, ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ। ਮੇਰੇ ਮਨ ਦੇ ਵਿੱਚ ਭਗਤੀ ਦਾ ਚਾਅ ਹੈ ਵੀ ਜਿਹਦੇ ਨਾਲ ਮੇਰਾ ਮਨ ਠਹਿਰ ਜਾਵੇ। ਪਾਠ ਥੋੜਾ ਕਰੋ, ਥੋੜੇ ਦਾ ਮਤਲਬ ਇਹ ਨਹੀਂ ਵੀ ਕਰਨਾ ਹੀ ਨਹੀਂ, ਥੋੜਾ ਕਰੋ, ਪਰ ਇੱਕ ਚਾਅ ਹੋਵੇ ਵੀ ਮੈਂ ਇਸ ਪਾਠ ਨੂੰ ਕਰਨਾ ਹੈ। ਸੇਵਾ ਕਰਨੀ ਹੈ, ਥੋੜੀ ਕਰੋ, ਪਰ ਕਰਨੀ ਇਸ ਕਰਕੇ ਹੈ ਵੀ ਮੈਨੂੰ ਚਾਅ ਹੈ। ਥੋੜੀ ਦਾ ਮਤਲਬ ਇਹ ਨਹੀਂ ਵੀ ਥੋੜੀ ਹੀ ਕਰੀ ਜਾਣੀ ਹੈ। ਸਟਾਰਟਿੰਗ ਦੇ ਵਿੱਚ ਜਦੋਂ ਅਸੀਂ ਸ਼ੁਰੂ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਚੱਲਦੇ ਹਾਂ ਤੇ ਬੇਸਿਕ ਸਾਡਾ ਗਲਤ ਨਹੀਂ ਹੋਣਾ ਚਾਹੀਦਾ। ਤੇ ਮੈਂ ਵੇਖੋ ਬੇਨਤੀ ਕਰਦਾ ਹੁੰਨਾ ਵੀ ਦੋ ਤਰੀਕਿਆਂ ਦੇ ਲੋਕ ਗੁਰਦੁਆਰੇ ਵਿੱਚ ਆਉਂਦੇ ਨੇ। ਕਿਸੇ ਦਾ ਸਮਾਗਮ ਹੋ ਗਿਆ, ਉਹਨਾਂ ਨੂੰ ਸੱਦੇ ਗਏ ਸੀ ਵੀ ਤੁਸੀਂ ਆਇਓ ਗੁਰਦੁਆਰੇ, ਉਹ ਵੀ ਆਉਂਦੇ ਨੇ, ਉਹ ਵੀ ਸੱਦੇ ਦੇ ਉੱਤੇ ਹੀ ਆਉਂਦੇ ਨੇ। ਤੇ ਹੁਣ ਤੁਸੀਂ ਵੀ ਆ ਕੇ ਬੈਠੇ ਜੇ, ਤੁਹਾਨੂੰ ਕਿਸੇ ਨੇ ਸੱਦਾ ਨਹੀਂ ਸੀ ਦਿੱਤਾ, ਮਾਫ ਕਰਨਾ ਇਹਨੂੰ ਦੂਜੇ ਪਾਸੇ ਤੋਂ ਨਾ ਸੋਚਿਓ ਵੀ ਕਿਸੇ ਨੇ ਰਿਸ਼ਤੇਦਾਰਾਂ ਦੇ ਵਾਂਗੂ ਸੱਦਾ ਨਹੀਂ ਸੀ ਦਿੱਤਾ ਵੀ ਆਇਓ ਹੀ ਆਇਓ। ਚਲੋ ਉਹੀ ਤੇ ਅਨਾਉਂਸਮੈਂਟ ਹੁੰਦੀ ਹੈ ਸੰਗਤ ਦੇ ਵਿੱਚ ਵੀ ਗੁਰਦੁਆਰੇ ਆਉਣਾ ਚਾਹੀਦਾ ਹੈ। ਔਰ ਇਹ ਵੀ ਇਸ ਗੱਲ ਦੇ ਬਾਰੇ ਪਤਾ ਹੈ ਵੀ ਜੇ ਅਸੀਂ ਆ ਗਏ ਹਾਂ, ਹੋ ਸਕਦਾ ਕਿਸੇ ਨੂੰ ਮਿਲ ਕੇ ਵੀ ਨਾ ਜਾਈਏ, ਜਿੱਦਾਂ ਆਏ ਉੱਦਾਂ ਹੀ ਆਪਾਂ ਵਾਪਸ ਚਲੇ ਗਏ। ਜ਼ਰੂਰੀ ਨਹੀਂ ਵੀ ਆਪਾਂ ਕਿਸੇ ਨੂੰ ਮਿਲ ਨਹੀਂ ਆਏ। ਕੋਈ ਲੋਕ ਲਾਜ ਨਹੀਂ ਹੈ। ਆਪ ਦੇ ਵਿੱਚੋਂ ਫਿਰ ਵੀ ਲਗਭਗ ਸਾਰੇ ਜਿਹੜੇ ਨੇ ਉਹ ਰੋਜ਼ਾਨਾ ਹਾਜ਼ਰੀਆਂ ਭਰਨ ਵਾਲੇ ਨੇ। ਮਨ ਦੇ ਵਿੱਚ ਇੱਕ ਖਿੱਚ ਹੋਣੀ ਚਾਹੀਦੀ ਹੈ ਵੀ ਹਾਂ ਮੈਂ ਇੱਥੇ ਜਾਣਾ ਹੈ, ਇਹ ਮੇਰਾ ਨਿਯਮ ਹੈ ਤੇ ਇਹ ਮੇਰਾ ਸਿਧਾਂਤ ਹੈ। ਨਿਤਨੇਮ ਦਾ ਮਤਲਬ ਵੀ ਕੀ ਹੈ? ਨਿਤ ਦਾ ਨੇਮ, ਜਿਹੜਾ ਮੇਰੀ ਨਿਤ ਦੀ ਕਿਰਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਗੱਲ ਇੱਥੇ ਬੋਲੀ ਆ ਵੀ ਭਾਈ ਕਿੰਨੀ ਕਿਉਰਿਓਸਿਟੀ ਦੇ ਨਾਲ ਜਾਂ ਕਿੰਨੀ ਖਿੱਚ ਦੇ ਨਾਲ ਜਿਹੜੇ ਨੇ ਨਾ ਉਹ ਗੁਰਸਿੱਖ ਸੰਗਤ ਦੇ ਵਿੱਚ ਜਾ ਕੇ ਬੈਠਦੇ ਨੇ। ਲਗਭਗ ਇਹ 2-3 ਪੌੜੀਆਂ ਇਸੇ ਹੀ ਸਬਜੈਕਟ ਦੀਆਂ ਆਉਣਗੀਆਂ ਤੇ ਇਹਨੂੰ ਵਿਚਾਰਾਂਗੇ। ਉਹ ਕਹਿੰਦੇ ਨੇ, ਵੇਖੋ ਆਪਣੇ ਆਪਣੇ ਵਰਨ ਵਿੱਚ 4 ਵਰਨ ਕੁੱਲ ਧਰਮ ਧਰੰਦੇ। ਵਰਨ ਦਾ ਮਤਲਬ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਹਿੰਦੂ ਮਤ ਦੇ ਵਿੱਚ ਵਰਨ ਆਸ਼ਰਮ ਦੀ ਗੱਲ ਕੀਤੀ ਜਾਂਦੀ ਹੈ। ਫਿਰ ਇਸ ਤੋਂ ਇਲਾਵਾ 4 ਵਰਨ ਮੁੱਖ ਤੌਰ ਦੇ ਉੱਤੇ ਜਿਹੜੇ ਮੰਨੇ ਜਾਂਦੇ ਨੇ, ਜਿੱਦਾਂ ਬ੍ਰਾਹਮਣ ਹੈ, ਖੱਤਰੀ ਹੈ, ਵੈਸ ਹੈ, ਸ਼ੂਦਰ ਹੈ। ਔਰ ਇਹਨੂੰ ਅਸੀਂ ਜ਼ੁਬਾਨੀ ਕਲਾਮੀ ਜਿੰਨਾ ਮਰਜ਼ੀ ਕਹਿ ਦਈਏ, ਪਰ ਤੁਹਾਨੂੰ ਵੀ ਪਤਾ ਹੈ ਹਰ ਬਰਾਦਰੀ ਆਪਣੇ ਆਪਣੇ ਸਮਾਗਮ ਦੂਜੀਆਂ ਬਰਾਦਰੀਆਂ ਦੇ ਨਾਲੋਂ ਵੱਖਰੇ ਹੀ ਰੱਖਦੀ ਹੈ। ਉਹਨਾਂ ਦੇ ਰਿਸ਼ਤੇ ਆਪਣੀ ਬਰਾਦਰੀ ਦੇ ਵਿੱਚ ਹੋਣੇ ਚਾਹੀਦੇ, ਜੇ ਨਹੀਂ ਹੋਣੇ ਚਾਹੀਦੇ ਉਹ ਇੱਥੇ ਵਿਸ਼ਾ ਨਹੀਂ ਹੈ। ਉਹ ਜਦੋਂ ਹੋਵੇਗਾ ਫਿਰ ਅਸੀਂ ਵਿਚਾਰਾਂਗੇ। ਪਰ ਹੁੰਦਾ ਕੀ ਹੈ ਜੀ, ਇਹ ਕਿਹੜੀ ਬਰਾਦਰੀ ਦਾ ਸਮਾਗਮ ਹੈ? ਉਹੀ ਬਰਾਦਰੀ ਉੱਥੇ ਬੰਦੇ ਤੁਹਾਨੂੰ ਜ਼ਿਆਦਾ ਮਿਲ ਜਾਣਗੇ। ਜੇ ਪੰਡਤਾਂ ਦਾ ਸਮਾਗਮ ਹੈ, ਪੰਡਤਾਂ ਦੇ ਘਰ ਦੇ ਵਿੱਚ ਸਮਾਗਮ ਹੈ, ਤੁਹਾਨੂੰ ਸਾਰੇ ਪੰਡਤ ਹੀ ਮਿਲ ਜਾਣਗੇ, ਕਿਉਂਕਿ ਸਮਾਗਮ ਉਹਨਾਂ ਦਾ ਹੈ। ਜਿਹੜਾ ਜਿਹੜਾ ਵਰਨ ਦੇ ਬੰਦੇ ਦਾ ਸਮਾਗਮ ਹੈ, ਆਪਣੇ ਆਪਣੇ ਵਰਨ ਵਿੱਚ 4 ਵਰਨ ਕੁੱਲ ਧਰਮ ਧਰੰਦੇ। ਵੀ ਜਿਹੜੇ 4 ਵਰਨ ਨੇ ਉਹ ਕੀ ਕਰਦੇ ਨੇ? ਆਪਣੇ ਧਰਮ ਨੂੰ ਧਾਰਨ ਕਰਦੇ ਨੇ। ਹਰ ਇੱਕ ਨੂੰ ਉਹਦੇ ਨਿਯਮ ਮਿਲੇ ਹੋਏ ਨੇ। ਸਾਡੇ ਵਿੱਚ ਤੇ ਭਾਈ ਸੰਗਤ ਹੈ ਨਾ, ਕਿਉਂਕਿ ਸੰਗਤ ਦੀ ਗੱਲ ਅੰਤ ਦੇ ਵਿੱਚ ਆਵੇਗੀ। ਇਹ ਪਹਿਲਾਂ ਵਰਣਾਂ ਦੀ ਗੱਲ ਕੀਤੀ ਜਾ ਰਹੀ ਹੈ। ਜੋ ਵਿਧਾਨ ਬ੍ਰਾਹਮਣ ਦੇ ਲਈ ਹੈ ਉਹ ਖੱਤਰੀ ਦੇ ਲਈ ਨਹੀਂ ਹੈ, ਜੋ ਖੱਤਰੀ ਦੇ ਲਈ ਹੈ ਉਹ ਵੈਸ਼ ਦੇ ਲਈ ਨਹੀਂ ਹੈ, ਤੇ ਜੋ ਵੈਸ਼ ਦੇ ਲਈ ਹੈ ਉਹ ਸ਼ੂਦਰ ਦੇ ਲਈ ਤੇ ਬਿਲਕੁਲ ਵੀ ਨਹੀਂ ਹੈ। ਉਹਨਾਂ ਦਾ ਆਪਣਾ ਆਪਣਾ ਨਿਯਮ ਚੱਲਦਾ ਹੈ। ਔਰ ਉਹਨਾਂ ਨੂੰ ਫੋਰਸ ਵੀ ਕੀਤਾ ਜਾਂਦਾ ਹੈ ਕਿਤੇ ਕਿਤੇ ਵੀ ਤੁਸੀਂ ਉਹ ਕੰਮ ਛੱਡ ਕੇ ਦੂਸਰੇ ਕੰਮ ਦੇ ਵਿੱਚ ਜੇ ਆਗੇ ਜੇ ਤੇ ਗਲਤ ਕੀਤਾ ਹੈ, ਤੁਹਾਨੂੰ ਆਉਣਾ ਨਹੀਂ ਸੀ ਚਾਹੀਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਜਿੱਦਾਂ 4 ਵਰਣਾਂ ਦੇ ਲੋਕ ਆਪਣੇ ਆਪਣੇ ਵਰਣ ਦੇ ਵਿੱਚ ਆਪਣੇ ਪ੍ਰੋਗਰਾਮ ਆਪਣੇ ਧਰਮ ਨੂੰ ਨਿਭਾਉਂਦੇ ਰਹਿੰਦੇ ਨੇ ਨਾ, ਫਿਰ ਦੂਜੀ ਗੱਲ 6 ਦਰਸ਼ਨ 6 ਸ਼ਾਸਤਰਾ ਗੁਰ ਗੁਰਮਤ ਖਟ ਕਰਮ ਕਰਨ ਦੇ। 6 ਦਰਸ਼ਨ ਹੋ ਗਏ,
ਮਤਲਬ ਜਿਹੜੇ ਸਾਡੇ ਇੱਦਾਂ ਕਹਿ ਲਈਏ ਵੀ 6 ਸ਼ਾਸਤਰ ਨੇ, 6 ਸਿਧਾਂਤ ਨੇ ਹਿੰਦੁਸਤਾਨ ਦੇ। ਅਸੀਂ ਕਈ ਵਾਰ ਇਸ ਗੱਲ ਨੂੰ ਵਿਚਾਰਦੇ ਹਾਂ, ਗੁਰਬਾਣੀ ਨੇ ਵੀ ਇਸ ਸ਼ਬਦ ਨੂੰ ਬੜੀ ਵਾਰ ਵਰਤਿਆ ਹੈ। ਖਟ ਸ਼ਾਸਤਰ ਵੀ ਇਹਦੇ ਲਈ ਸ਼ਬਦ ਆਉਂਦਾ ਹੈ। ਮੁੱਖ ਤੌਰ ਦੇ ਉੱਤੇ ਹਿੰਦੁਸਤਾਨ ਦੇ ਵਿੱਚ 6 ਸਿਧਾਂਤ ਨੇ, ਜਿਨ੍ਹਾਂ ਦੇ ਵਿੱਚ ਅਸੀਂ ਇੱਦਾਂ ਕਹਿ ਲਈਏ ਵੀ ਮੀਮਾਂਸਾ ਹੈ, ਵੇਦਾਂਤ ਦੀ ਗੱਲ ਆਉਂਦੀ ਹੈ, ਨਿਆਏ ਹੈ, ਵਿਸ਼ੇਸ਼ਕ ਹੈ। ਤੇ ਇਸ ਕਰਕੇ ਇਹ ਜਿਹੜੇ ਨੇ ਨਾ, ਇਹ ਲਗਭਗ 6 ਨੇ। ਹੁਣ ਇਹਨਾਂ 6ਾਂ ਦੀ ਵਿਚਾਰਧਾਰਾ ਹੈ। ਤੇ ਮੈਂ ਅਕਸਰ ਬੇਨਤੀ ਕਰਦਾ ਹਾਂ, ਹਿੰਦੁਸਤਾਨ ਦੀ ਮੈਂਟੈਲਿਟੀ ਨੂੰ ਕਿਤੇ ਨਾ ਕਿਤੇ ਇਹ ਜਿਹੜੇ 6 ਸ਼ਾਸਤਰ ਨੇ ਨਾ, ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਹਿੰਦੁਸਤਾਨ ਦਾ ਮਨ ਬਣਾਉਣ ਦੇ ਵਿੱਚ। ਇੱਕ ਹੁੰਦਾ ਸਾਡਾ ਪਰਸਨਲ ਮਨ, ਇੱਕ ਹੈ ਵੀ ਪੂਰੇ ਹਿੰਦੁਸਤਾਨ ਦੇ ਲੋਕਾਂ ਦੀ ਸੋਚ ਕੀ ਹੈ। ਥੋੜ੍ਹਾ ਬਹੁਤਾ ਇੱਧਰ ਹੋ ਸਕਦਾ ਹੈ, ਵੱਖਰਾ ਹੋ ਸਕਦਾ ਹੈ, ਪਰ ਉਸ ਮਨ ਨੂੰ ਬਣਾਉਣ ਦੇ ਵਿੱਚ ਇਹਨਾਂ 6 ਸ਼ਾਸਤਰਾਂ ਦਾ ਬੜਾ ਵੱਡਾ ਯੋਗਦਾਨ ਹੈ। ਔਰ ਖਾਸ ਕਰਕੇ ਹਿੰਦੂ ਮਤ ਦੇ ਵਿੱਚ ਤੇ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਉਹਨਾਂ ਨੂੰ ਉਹ ਬੜੇ ਅੱਗੇ ਦੇ ਗ੍ਰੰਥ ਮੰਨਦੇ ਨੇ। ਹੁਣ ਵੇਖੋ, ਜੋ ਇਹਨਾਂ ਨੇ ਕਹਿ ਦਿੱਤਾ ਹੈ ਉਹਦੇ ਅਨੁਸਾਰ ਉਹ ਕਰਮ ਕਰਦੇ ਨੇ। ਆ ਦਿਨ ਚੱਲਦੇ ਪਏ ਨੇ, ਸਾਡੇ ਲਈ ਵੇਖੋ ਕੋਈ ਵਿਧਾਨ ਹੀ ਨਹੀਂ ਹੈ ਵੀ ਸ਼ਰਾਧ ਕਰਨੇ ਨੇ, ਅਸੀਂ ਕੋਈ ਖਿਆਲ ਹੀ ਨਹੀਂ ਮਨ ਦੇ ਵਿੱਚ, ਸਾਡੇ ਲਈ ਕੁਝ ਵੀ ਨਹੀਂ। ਹਾਂ ਠੀਕ ਹੈ, ਅਣਜਾਣ ਲੋਕ ਨੇ ਕਰੀ ਜਾਂਦੇ ਨੇ ਸਾਡੇ ਵਿੱਚ ਵੀ, ਪਰ ਸਾਡੇ ਲਈ ਤਾਂ ਇਹੋ ਹੀ ਸੀ, ਰੋਜ਼ ਅਸੀਂ ਪੜ੍ਹਦੇ ਪਏ ਹਾਂ। ਮਰਦ ਕਹਿੰਦੇ ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ, ਵੀ ਜਿਹੜਾ ਇਹੋ ਜਿਹੀ ਦਲਾਲੀ ਕਰਦਾ ਹੈ ਝੂਠ ਬੋਲ ਕੇ ਵੀ ਮੈਂ ਤੁਹਾਡੀ ਰੋਟੀ ਅੱਗੇ ਪਹੁੰਚਾ ਦੇਵਾਂਗਾ, ਉਹਦੇ ਤੇ ਹੱਥ ਕੱਟ ਦਿੱਤੇ ਜਾਣੇ ਚਾਹੀਦੇ ਨੇ। ਇਹ ਸਾਡਾ ਵਿਧਾਨ ਹੈ ਵੀ ਨਹੀਂ ਕਰਨਾ। ਪਰ ਹੁਣ ਵੇਖੋ, ਜਿਨ੍ਹਾਂ ਨੂੰ ਇਹ ਸਿੱਖਿਆ ਮਿਲੀ ਆ ਵੀ ਤੁਸੀਂ ਕਰਨਾ ਹੀ ਕਰਨਾ ਹੈ, ਸਾਡਿਆਂ ਤੇ ਪਰਿਵਾਰਾਂ ਦੇ ਵਿੱਚ ਨਹੀਂ ਹੈ। ਇਸ ਕਰਕੇ ਸਾਡੇ ਲਈ ਬੋਲਣਾ ਬੜਾ ਸੌਖਾ ਹੋ ਜਾਂਦਾ ਵੀ ਇਹ ਤਾਂ ਕੁਝ ਵੀ ਨਹੀਂ ਹੈ। ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਇਹ ਗੱਲ ਚੱਲਦੀ ਆਉਂਦੀ ਹੈ, ਉਹਨਾਂ ਨੂੰ ਛੱਡਣਾ ਪਵੇ ਤੇ ਕਿੰਨਾ ਔਖਾ ਹੈ ਉਹਨਾਂ ਦੇ ਲਈ। ਫਿਰ ਭਾਵੇਂ ਪੜ੍ਹਿਆ ਲਿਖਿਆ ਹੋਵੇ ਤੇ ਭਾਵੇਂ ਅਨਪੜ੍ਹ ਹੋਵੇ, ਉਹ ਵੀ ਉਹ ਕੰਮ ਕਰੀ ਜਾਂਦਾ। ਉਹਨੂੰ ਵੀ ਪਤਾ ਤੇ ਹੈ ਵੀ ਉਹਨੂੰ ਵੀ ਰੋਟੀ ਨਹੀਂ ਪਹੁੰਚਦੀ, ਪਰ ਫਿਰ ਵੀ ਵਿਚਾਰਾ ਲੈ ਕੇ ਆ ਰਿਹਾ ਹੈ। ਕਿਉਂ ਲੈ ਕੇ ਆ ਰਿਹਾ? ਕਿਉਂਕਿ ਪਿੱਛੇ ਇੱਕ ਮੈਂਟੈਲਿਟੀ ਹੈ। ਔਰ ਉਹ ਮੈਂਟੈਲਿਟੀ ਸਿਰਫ ਇਹ ਨਹੀਂ ਵੀ ਜਿੰਨੀ ਕੁ ਉਹਦੀ ਉਮਰ ਹੈ ਉਨੀ ਕੁ ਉਮਰ ਦੀ ਮੈਂਟੈਲਿਟੀ ਹੈ। ਉਹਦੇ ਪਿੱਛੇ ਹਜ਼ਾਰਾਂ ਸਾਲਾਂ ਦੀ ਮਾਨਸਿਕਤਾ ਹੈ ਵੀ ਜੇ ਮੈਂ ਨਾ ਕੀਤਾ ਤੇ ਸ਼ਾਇਦ ਕੁਝ ਰਹਿ ਹੀ ਨਾ ਜਾਵੇ ਕਿਤੇ ਕਰਨ ਵਾਲਾ। ਬੜਿਆਂ ਨੂੰ ਅਸੀਂ ਮਿਲਦੇ ਹਾਂ, ਉਹ ਸਾਰੇ ਕਹਿੰਦੇ ਸਾਨੂੰ ਪਤਾ ਹੈ ਜੀ ਵੀ ਇਹਦੇ ਨਾਲ ਕੁਝ ਨਹੀਂ ਹੁੰਦਾ, ਪਰ ਫਿਰ ਪਤਾ ਕੀ ਕਹਿ ਦਿੰਦੇ ਨੇ, ਫਿਰ ਕੀ ਅਜੇ ਖਵਾ ਵੀ ਦਿੱਤੀ ਤੇ ਕੀ ਫਰਕ ਪੈ ਗਿਆ। ਅਸਲ ਦੇ ਵਿੱਚ ਛੱਡਣਾ ਵੀ ਚਾਹੁੰਦੇ ਨੇ ਪਰ ਛੱਡ ਨਹੀਂ ਪਾਉਂਦੇ। ਉਸ ਛੱਡਣ ਦੇ ਪਿੱਛੇ ਆਹ ਪ੍ਰੋਬਲਮ ਹੈ, ਜੋ ਉਹਨਾਂ ਨੂੰ ਉਹਨਾਂ ਦੇ ਸ਼ਾਸਤਰਾਂ ਨੇ ਕਹਿ ਦਿੱਤਾ ਹੈ। ਇਸਲਾਮ ਵਾਲੇ ਸ਼ਰ੍ਹਾ ਦੇ ਵਿੱਚ ਤੁਰਦੇ ਨੇ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਇੱਦਾਂ ਹਰ ਇੱਕ ਮੱਤ ਵਾਲੇ ਆਪਣੇ ਆਪਣੇ ਦਰਸ਼ਨ ਦੇ ਵਿੱਚ, ਫਲਸਫੇ ਦੇ ਵਿੱਚ, ਸਿਧਾਂਤ ਦੇ ਵਿੱਚ ਤੁਰਦੇ ਨੇ ਨਾ। 6 ਦਰਸ਼ਨ 6 ਸ਼ਾਸਤਰਾ ਗੁਰ ਗੁਰਮਤ ਖਟ ਕਰਮ ਕਰਨ ਦੇ, ਆਪਣੇ ਆਪਣੇ ਗੁਰੂ ਦੀ ਮੱਤ ਦੇ ਅਨੁਸਾਰ ਉਹ ਕਰਮ ਕਰਦੇ ਰਹਿੰਦੇ ਨੇ। 6 ਕਰਮ ਵੈਸੇ ਹੁੰਦੇ ਨੇ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਦਾਨ ਦੇਣਾ ਤੇ ਦਾਨ ਲੈਣਾ। ਇਸ ਕਰਕੇ ਜੱਗ ਕਰਨੇ ਤੇ ਜੱਗ ਕਰਾਉਣੇ, ਇਹ ਬ੍ਰਾਹਮਣ ਦੇ 6 ਕਰਮ ਨੇ। ਇਹਦੇ ਤੋਂ ਇਲਾਵਾ ਹੋਰ ਵੀ ਬੜੀਆਂ ਵਿਆਖਿਆਵਾਂ ਨੇ 6 ਕਰਮਾਂ ਦੀਆਂ। ਖਟ ਦਾ ਮਤਲਬ 6 ਹੋ ਗਿਆ। ਜਿੱਦਾਂ ਇਹ ਧਰਮ ਕਰਦੇ ਰਹਿੰਦੇ ਨੇ। ਫਿਰ ਅਗਲੀ ਗੱਲ, ਆਪਣੇ ਆਪਣੇ ਸਾਹਿਬ ਹੈ ਚਾਕਰ ਜਾਏ ਜੁਹਾਰ ਜੁੜਨ ਦੇ। ਜਿੰਨੇ ਵੀ ਨੌਕਰ ਨੇ ਉਹ ਵੇਖੋ ਆਪਣੇ ਆਪਣੇ ਮਾਲਕਾਂ ਦੇ ਅੱਗੇ ਜਾ ਕੇ ਤੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ। ਇੱਥੋਂ ਦਾ ਤੁਸੀਂ ਉਹ ਵੇਖਿਆ ਹੋਵੇਗਾ ਵਿਧਾਨ, ਬੜਾ ਸਭ ਤੋਂ ਸੌਖੀ ਵਿਆਖਿਆ ਹੈ, ਕਿਉਂਕਿ ਜਿਹੜੀ ਚੀਜ਼ਾਂ ਪ੍ਰੈਕਟੀਕਲ ਹੋ ਜਾਵੇ ਉਹ ਕਿੱਡੇ ਕਮਾਲ ਦੀ ਗੱਲ ਹੈ। ਕਦੀ ਕਦੀ ਸਵੇਰੇ ਨਿਕਲ ਕੇ ਵੇਖਦੇ ਹਾਂ, ਲਗਭਗ ਕਿਉਂਕਿ 10 ਸਾਢੇ 10 ਮਾਰਕੀਟ ਖੁੱਲ੍ਹਣੀ ਸ਼ੁਰੂ ਹੁੰਦੀ ਹੈ, ਅਤੇ ਜਿੰਨੇ ਵੀ ਦੁਕਾਨਾਂ ਦੇ ਉੱਤੇ ਕਾਮੇ ਰੱਖੇ ਨੇ, ਜਿਹੜੇ ਵਰਕਰ ਰੱਖੇ ਨੇ, ਉਹਨਾਂ ਲਈ ਨਿਯਮ ਕੀ ਹੈ ਵੀ ਭਾਈ ਜੇ 10:30 ਦੁਕਾਨ ਖੁੱਲ੍ਹਣੀ ਹੈ ਤੇ ਬਹੁਤਾ ਨਹੀਂ, ਜੇ ਤੁਸੀਂ 10:15 ਵਜੇ ਤੇ ਸ਼ਟਰ ਦੇ ਅੱਗੇ ਹੋਣੇ ਚਾਹੀਦੇ ਜੀ। ਤੇ ਵੇਖ ਲਓ ਤੁਸੀਂ, ਉਹ ਅਜੇ ਮਾਲਕ ਨੇ ਬਾਅਦ ਦੇ ਵਿੱਚ ਆਉਣਾ ਹੈ। ਜੇ 2 ਕਾਮੇ ਰੱਖੇ ਨੇ, 3 ਕਾਮੇ ਰੱਖੇ ਨੇ, ਤਿੰਨਾਂ ਦੇ 3 ਹੀ ਆ ਕੇ ਜਿਹੜੇ ਨੇ ਨਾ ਉਹ ਦੁਕਾਨ ਦੀਆਂ ਪੌੜੀਆਂ ਦੇ ਉੱਤੇ ਆ ਕੇ ਬੈਠੇ ਹੁੰਦੇ ਨੇ। ਮਾਲਕ ਤੋਂ ਪਹਿਲਾਂ ਆਉਣਾ ਹੈ, ਇਹ ਨਿਯਮ ਹੈ। ਤੁਸੀਂ ਵੇਖਦੇ ਜੇ ਰੋਜ਼, ਮੈਂ ਤਾਂ ਇੱਥੇ ਜ਼ਿਆਦਾ ਵੇਖਿਆ ਸੀ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਆਪਣੇ ਆਪਣੇ ਸਾਹਿਬ ਹੈ, ਕਿਉਂਕਿ ਜਿਹਦੀ ਨੌਕਰੀ ਕਰਨੀ ਹੈ ਤੇ ਫਿਰ ਉਹਦੇ ਆਖੇ ਤੇ ਲੱਗਣਾ ਹੀ ਪੈਣਾ। ਉਹਨੇ ਕਹਿ ਦਿੱਤਾ ਵੀ ਇੰਨੇ ਵਜੇ ਆਉਣਾ ਤੇ ਫਿਰ ਆਉਣਾ ਹੈ। ਚਾਕਰ ਜਾਏ ਜੁਹਾਰ ਜੁੜਨ ਦੇ। ਜੁਹਾਰ ਦਾ ਮਤਲਬ ਨਮਸਕਾਰ ਕਰਨੀ, ਵੀ ਜੇ ਮਾਲਕ ਗਰਮ ਬੋਲ ਪਿਆ ਤੇ ਤਾਂ ਵੀ ਹੱਥ ਜੋੜ ਕੇ ਮੰਨਣਾ ਹੀ ਪੈਣਾ ਵੀ ਠੀਕ ਹੈ ਜੀ, ਤੁਸੀਂ ਬੋਲਦੇ ਪਏ ਜੇ ਤੇ ਸਿਰ ਮੱਥੇ ਹੈ, ਕਿਉਂਕਿ ਨੌਕਰੀ ਕਰਨੀ ਹੈ। ਜਿੱਦਾਂ ਉਹ ਉਹਦੇ ਅੱਗੇ ਜਾ ਕੇ ਜੁੜ ਜਾਂਦੇ ਨੇ, ਮਤਲਬ ਉਹਦੇ ਅਦਬ ਦੇ ਵਿੱਚ ਜੁੜ ਜਾਂਦੇ ਨੇ। ਫਿਰ ਅਗਲੀ ਗੱਲ, ਆਪਣੇ ਆਪਣੇ ਵਣਜ ਵਿੱਚ ਵਪਾਰੀ ਵਪਾਰ ਮਚੰਦੇ। ਹਰ ਇੱਕ ਵਪਾਰੀ ਆਪਣਾ ਆਪਣਾ ਵਪਾਰ ਕਰਦਾ ਪਿਆ ਹੈ। ਹੋ ਸਕਦਾ ਹੈ ਕਿਸੇ ਨੂੰ ਦੂਜੇ ਕੰਮ ਦੀ
ਬਿਲਕੁਲ ਵੀ ਨੌਲੇਜ ਨਾ ਹੋਵੇ। ਵਪਾਰੀ ਘੱਟ ਨਹੀਂ ਨੇ ਦੁਨੀਆ ਦੇ ਵਿੱਚ, ਤੇ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਇਸ ਗੱਲ ਦੀ ਬੇਨਤੀ ਕੀਤੀ ਸੀ, ਸ਼ਾਇਦ ਸਵੇਰ ਵੇਲੇ ਦੇ ਦੀਵਾਨ ਦੇ ਵਿੱਚ। ਤੁਹਾਡੇ ਵਿੱਚੋਂ ਬਹੁਤੇ ਦੁਕਾਨ ਦੇ ਨਾਲ, ਕਾਰੋਬਾਰ ਦੇ ਨਾਲ ਸੰਬੰਧ ਰੱਖਣ ਵਾਲੇ ਬੰਦੇ ਨੇ। ਤੁਹਾਡਾ ਬਹੁਤਿਆਂ ਦਾ ਖੇਤੀ ਨਾਲ ਵਾਹ ਵਾਸਤਾ ਨਹੀਂ ਹੈ। ਤੇ ਜੇ ਇੱਕਦਮ ਚੇਂਜ ਕਰ ਦਈਏ ਵੀ ਜਿਹੜੇ ਖੇਤੀ ਕਰਦੇ ਨੇ ਉਹ ਦੁਕਾਨ ਦੇ ਉੱਤੇ ਆ ਜਾਣ, ਜਿਹੜੇ ਦੁਕਾਨ ਤੇ ਬੈਠਦੇ ਨੇ ਖੇਤੀ ਕਰ ਲੈਣ, ਖੇਤੀ ਵਾਲੇ ਬੰਦੇ ਕੋਲੋਂ 8 ਘੰਟੇ ਨਹੀਂ ਬੈਠਾ ਜਾਵੇਗਾ, ਉਹਦੇ ਲਈ ਬੈਠਣਾ ਮੁਸ਼ਕਿਲ ਹੈ। ਤੇ ਦੁਕਾਨਦਾਰ ਬੰਦੇ ਨੂੰ ਕਹਿ ਦਿਓ ਵੀ ਤੂੰ ਜਾ ਕੇ 8 ਘੰਟੇ ਕੰਮ ਕਰ ਲੈ, ਬਾਅਦ ਦੇ ਵਿੱਚ ਉਹਦੀ ਕੀ ਹਾਲ ਹੋਵੇਗੀ? ਹੋ ਸਕਦਾ ਹੱਥਾਂ ਤੇ ਵੀ ਛਾਲੇ ਪੈ ਜਾਣ। ਹਰ ਇੱਕ ਬੰਦੇ ਨੂੰ ਜੋ ਉਹਨੂੰ ਲਾਈਨ ਮਿਲ ਗਈ ਹੈ ਨਾ, ਮੈਂ ਨਹੀਂ ਕਹਿੰਦਾ ਵੀ ਉਹ ਪਰਮਾਨੈਂਟ ਹੀ ਉਹਦੀ ਚੇਂਜ ਕਰੇ, 2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ, ਸਾਲ ਬਾਅਦ ਸਮਝ ਆਉਣ ਲੱਗ ਪੈਂਦਾ ਹੈ। ਕੋਈ ਇੱਦਾਂ ਨਹੀਂ ਵੀ ਜਨਮ ਤੋਂ ਹੀ ਲਾਈਨ ਮਿਲ ਗਈ ਹੈ, ਪਰ ਜੋ ਉਹਨੇ ਲਾਈਨ ਚੂਜ਼ ਕਰ ਲਈ ਹੈ, ਹੁਣ ਉਹ ਹੌਲੀ ਹੌਲੀ ਉਸ ਲਾਈਨ ਦੇ ਵਿੱਚ ਹੀ ਪਰਫੈਕਟ ਹੋਵੇਗਾ। ਵਾਰ-ਵਾਰ ਛੱਡੇਗਾ ਤੇ ਕਿਸੇ ਪਾਸੇ ਵੀ ਨਹੀਂ ਪੂਰਾ ਪਾਵੇਗਾ। ਆਪਣੇ ਆਪਣੇ ਵਣਜ ਵਿੱਚ, ਜਿੱਦਾਂ ਆਪਣਾ ਆਪਣਾ ਵਣਜ ਵਪਾਰ ਕਰਦੇ ਨੇ ਨਾ ਵਪਾਰੀ ਵਪਾਰ ਮਚੰਦੇ, ਆਪਣੇ ਆਪਣੇ ਵਪਾਰ ਨੂੰ ਪ੍ਰੈਫਰ ਕਰਦੇ ਨੇ ਵੀ ਅਸੀਂ ਇੱਦਾਂ ਵਪਾਰ ਕਰਦੇ ਹਾਂ, ਸਾਡਾ ਆਹ ਤਰੀਕਾ ਹੈ। ਕਾਰੀਗਰਾਂ ਕਾਰਖਾਨੇ ਵਿੱਚ, ਵਾਹਿਗੁਰੂ, ਆਪਣੇ ਆਪਣੇ ਖੇਤ ਵਿੱਚ ਬੀਓ ਸਭੈ ਕਿਰਸਾਨ ਬੀਜੰਦੇ। ਕਿੱਦਾਂ? ਇੱਦਾਂ ਹੀ ਵੇਖ ਲਓ, ਆਪਣਾ ਆਪਣਾ ਖੇਤ ਹੈ, ਸਾਰਿਆਂ ਕਿਸਾਨਾਂ ਨੂੰ ਪਤਾ ਵੀ ਆਹ ਭਾਈ ਸਾਡਾ ਖੇਤ ਹੈ। ਉਹ ਕਿਤੇ ਫਸਲ ਬੀਜਣ ਜਾਂਦਾ ਹੈ, ਹਨੇਰੇ ਦੇ ਵਿੱਚ ਵੀ ਜਾਵੇ ਤੇ ਆਪਣੇ ਖੇਤ 'ਚ ਫੇਰਾ ਮਾਰ ਕੇ ਆਉਂਦਾ, ਉਹਨੂੰ ਪਤਾ ਹੁੰਦਾ ਵੀ ਮੇਰਾ ਖੇਤ ਇੱਥੇ ਹੈ। ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਵੀ ਜਾਓਗੇ ਤਾਂ ਤੁਹਾਨੂੰ ਪਤਾ ਵੀ ਤੁਹਾਡੀ ਦੁਕਾਨ ਕਿੱਥੇ ਹੈ, ਤੁਸੀਂ ਆਪਣੀ ਦੁਕਾਨ 'ਤੇ ਫੇਰਾ ਮਾਰ ਕੇ ਆਓਗੇ। ਰਾਤ ਹਨੇਰੇ ਦੇ ਵਿੱਚ ਵੀ ਜਾਣਾ ਪੈ ਜਾਵੇ, ਆਪਣੇ ਘਰ ਦਾ ਦਰਵਾਜ਼ਾ ਖੜਕਾਓਗੇ, ਤੁਹਾਨੂੰ ਪਤਾ ਵੀ ਤੁਹਾਡੇ ਘਰ ਦਾ, ਕਿਉਂਕਿ ਸਾਡਾ ਆਪਣਾ ਹੈ। ਇੱਦਾਂ ਉਹ ਜਦੋਂ ਸਾਰੇ ਵੇਖਣ ਨੂੰ ਖੇਤ ਇੱਕੋ ਜਿਹੇ ਲੱਗਦੇ ਨੇ, ਪਰ ਜਿਹਦਾ ਹੈ ਉਹਨੂੰ ਪਤਾ ਵੀ ਸਾਡਾ ਇੱਥੇ ਹੈ। ਭਾਵੇਂ ਰਾਤ ਚਲਾ ਜਾਵੇ, ਉਹ ਰਾਤ ਵੀ ਉੱਥੇ ਦੱਸ ਦੇਵੇਗਾ ਵੀ ਭਾਈ ਆਹ ਹੈ। ਆਪਣੇ ਆਪਣੇ ਖੇਤ ਵਿੱਚ ਬੀਓ ਸਭੈ ਕਿਰਸਾਨ ਬੀਜੰਦੇ। ਉਹ ਜਦੋਂ ਬੀਜਦਾ ਹੈ ਨਾ ਬੀਜ, ਤੇ ਛਟਾ ਦੇਣ ਲੱਗਿਆ ਵੀ ਉਹਦਾ ਬੀਜ ਜਿਹੜਾ ਹੈ ਨਾ ਦੂਜੇ ਦੀ ਪੈਲੀ ਦੇ ਵਿੱਚ ਨਹੀਂ ਖਿਲਰਦਾ ਜਾ ਕੇ। ਉਹਨੂੰ ਸਮਝ ਹੁੰਦੀ ਹੈ ਵੀ ਭਾਈ ਇੱਥੋਂ ਤੱਕ ਹੀ ਆਪਣੀ ਬਾਉਂਡਰੀ ਹੈ ਤੇ ਇੱਥੇ ਹੀ ਆਪਾਂ ਕੰਮ ਕਰਨਾ। ਹੁਣ ਜਾਂਦੇ ਨੇ ਉਹ ਆਪਣੀ ਪੈਲੀ ਦੇ ਵਿੱਚ। ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲਣਦੇ। ਇੱਦਾਂ ਹੀ ਕਾਰੀਗਰ ਜਿਹੜੇ ਨੇ ਉਹ ਆਪਣੇ ਆਪਣੇ ਕਾਰਖਾਨੇ ਦੇ ਵਿੱਚ ਜਾਂਦੇ ਨੇ। ਕਦੀ ਇੱਦਾਂ ਤਾਂ ਨਹੀਂ ਹੋਇਆ ਵੀ ਇੱਕ ਫੈਕਟਰੀ ਦੇ ਵਿੱਚ ਜਾਣ ਵਾਲਾ ਕੰਮ ਅੱਜ ਇੱਧਰ ਗਿਆ ਤੇ ਕੱਲ੍ਹ ਨੂੰ ਦੂਜੀ ਫੈਕਟਰੀ ਦੇ ਵਿੱਚ ਚਲਾ ਜਾਵੇ। ਜਾਂਦਾ ਹੈ ਨਾ, ਆਪਣੇ ਕੰਮ ਦੇ ਵਿੱਚ ਹੀ ਜਾ ਰਿਹਾ। ਔਰ ਸ਼ਬਦ ਵੇਖੋ, ਕਾਰਖਾਨਾ ਸ਼ਬਦ ਜੇ ਭਾਈ ਗੁਰਦਾਸ ਸਾਹਿਬ ਵਰਤਦੇ ਪਏ ਨੇ, ਵੱਡੇ ਲੈਵਲ ਦੇ ਉੱਤੇ ਤੇ ਨਹੀਂ ਹੋਣਗੇ, ਪਰ ਕਾਰਖਾਨਿਆਂ ਦੇ ਕੰਮ ਉਦੋਂ ਵੀ ਸ਼ੁਰੂ ਹੋ ਚੁੱਕੇ ਨੇ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਦੀ ਲਿਖਤ ਹੈ ਸਾਡੇ ਸਾਹਮਣੇ। ਕਾਰਖਾਨਿਆਂ ਦੇ ਵਿੱਚ ਜਿੱਦਾਂ ਆਪਣੇ ਆਪਣੇ ਕਾਰੀਗਰ ਆਰਾਮ ਨਾਲ ਤੁਰ ਪੈਂਦੇ ਨੇ। ਜਿੱਦਾਂ ਤੁਸੀਂ ਵੱਡੀਆਂ ਫੈਕਟਰੀ ਦੇ ਵਿੱਚ ਵੇਖੋਗੇ, ਜਦੋਂ ਸ਼ਿਫਟ ਚੇਂਜ ਹੋਣ ਲੱਗਦੀ ਹੈ ਨਾ, ਤੇ ਫਿਰ ਗੇਟ ਦੇ ਉੱਤੇ ਜਿਨ੍ਹਾਂ ਨੇ ਜਾਣਾ ਹੁੰਦਾ ਹੈ ਉਹਨਾਂ ਦੀ ਵੀ ਗਿਣਤੀ ਵਾਧੂ, ਜਿਹੜੇ ਬਾਹਰ ਨਿਕਲਦੇ ਨੇ ਉਹਨਾਂ ਦੀ ਵੀ ਗਿਣਤੀ ਵਾਧੂ। ਗੇਟ ਦੇ ਉੱਤੇ ਐਂ ਪੂਰਾ ਰਸ਼ ਲੱਗਾ ਹੁੰਦਾ, ਕਿਉਂਕਿ ਟਾਈਮ ਹੋਇਆ ਹੁੰਦਾ ਹਰ ਇੱਕ ਦਾ। ਆਪਣੇ ਆਪਣੇ ਕਾਰੋਬਾਰ ਦੇ ਵਿੱਚ ਜਿੱਦਾਂ ਕਾਰੀਗਰ ਚਲੇ ਜਾਂਦੇ ਨੇ ਨਾ, ਹੁਣ ਕਹਿੰਦੇ ਇੱਦਾਂ ਸੰਗਤ ਦੇ ਵਿੱਚ ਜਿਹੜੇ ਸਿੱਖ ਨੇ ਨਾ ਉਹ ਪਹੁੰਚਦੇ ਨੇ। ਸਾਧ ਸੰਗਤ ਗੁਰ ਸਿੱਖ ਪੂਜੰਦੇ। ਸੰਗਤ ਦੇ ਵਿੱਚ ਕਿੱਦਾਂ ਪਹੁੰਚਣਾ ਹੈ, ਸੰਖੇਪ ਕਰ ਦੇਵਾਂ। ਜਿੱਦਾਂ ਆਪਣੇ ਆਪਣੇ ਸਮਾਗਮਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਲੋਕ ਜਾਂਦੇ ਨੇ, ਜਿੱਦਾਂ ਆਪਣੀ ਗੁਰੂ ਦੀ ਮੱਤ ਦੇ ਅਨੁਸਾਰ ਆਪਣੇ ਸਮਾਜਿਕ ਜੇ ਕਰਮ ਕਰਦੇ ਫਿਰਦੇ ਨੇ ਲੋਕ, ਜਿੱਦਾਂ ਦੁਕਾਨਦਾਰ ਜਿਹੜੇ ਨੇ ਉਹਦੇ ਅੱਗੇ ਉਹਦੇ ਨੌਕਰ ਚੁੱਪ ਕਰਕੇ ਬੈਠੇ ਰਹਿੰਦੇ ਨੇ ਵੀ ਸਾਡੇ ਮਾਲਕ ਦੇ ਆਉਣ ਤੋਂ ਅਸੀਂ ਪਹਿਲਾਂ ਪਹੁੰਚਣਾ ਹੈ। ਜਿੱਦਾਂ ਵਪਾਰੀ ਆਪਣੇ ਵਪਾਰ ਨੂੰ ਪ੍ਰੈਫਰੈਂਸ ਦਿੰਦੇ ਨੇ, ਜਿੱਦਾਂ ਖੇਤੀ ਨੂੰ ਕਰਦਿਆਂ ਹੋਇਆਂ ਕਿਸਾਨ ਜਿਹੜਾ ਹੈ ਉਹ ਆਪਣੇ ਖੇਤ ਦੇ ਵਿੱਚ ਬੀਜ ਬੀਜਦਾ ਹੈ, ਜਿੱਦਾਂ ਕਾਰੀਗਰ ਕਾਰਖਾਨੇ ਦੇ ਵਿੱਚ ਜਾਂਦਾ ਹੈ, ਇੱਦਾਂ ਸਿੱਖ ਨੇ ਸੰਗਤ ਦੇ ਵਿੱਚ ਆਉਣਾ ਹੈ ਔਰ ਇਸੇ ਰੂਪ ਦੇ ਵਿੱਚ ਆਉਣਾ ਹੈ। ਇੱਥੇ ਸਾਨੂੰ ਭਾਈ ਗੁਰਦਾਸ ਸਾਹਿਬ ਨੇ ਕਰਮ ਨਹੀਂ ਵੰਡੇ ਵੀ ਅਸੀਂ ਕਾਰੋਬਾਰ ਕਿਹੜਾ ਕਰਨਾ, ਵੀ ਕਾਰਖਾਨੇ ਜਾਣਾ ਕਿ ਦੁਕਾਨ ਚਲਾਉਣੀ ਕਿ ਖੇਤੀ ਕਰਨੀ। ਇੱਥੇ ਉਹ ਗੱਲ ਨਹੀਂ ਕੀਤੀ ਜਾ ਰਹੀ। ਜੋ ਮਰਜ਼ੀ ਕਰੋ, ਮਹਾਰਾਜ ਕਿਰਪਾ ਕਰੇ। ਸਾਨੂੰ ਵਪਾਰ ਵੱਲੋਂ ਬੜੀ ਖੁੱਲ੍ਹ ਦਿੱਤੀ ਹੈ। ਅਸੀਂ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹੁੰਦੇ ਹਾਂ ਵੀ ਮਹਾਰਾਜ ਜੀ ਬਚਪਨ ਦੇ ਵਿੱਚ ਨੇ ਤੇ ਤੁਸੀਂ ਵੇਖੋ ਮਹਾਰਾਜ ਵਪਾਰ ਵੀ ਕਰ ਲੈਂਦੇ ਨੇ। ਸੱਚਾ ਸੌਦਾ ਕੀ ਹੈ? ਵਪਾਰ ਹੀ ਤੇ ਹੈ। ਇੱਕ ਵਾਰ ਦੀ ਗੱਲ ਸਾਡੇ ਸਾਹਮਣੇ ਆ ਗਈ ਹੈ ਨਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ 20 ਰੁਪਈਆਂ ਦਾ ਪ੍ਰਸ਼ਾਦਾ ਛਕਾ ਦਿੱਤਾ। ਮਹਾਰਾਜ ਅੱਗੋਂ ਪਿੱਛੋਂ ਵੀ ਤਾਂ ਵਪਾਰ ਕਰਨ ਜਾਂਦੇ ਨੇ। ਬਚਪਨ ਦੇ ਵਿੱਚ ਮਹਾਰਾਜ ਦੇ ਮੱਝਾਂ ਚਾਰਨ ਦੀ ਗੱਲ ਆਉਂਦੀ ਹੈ। ਮੱਝਾਂ ਚਾਰਨਾ ਖੇਤੀਬਾੜੀ ਵਾਲਿਆਂ ਦਾ ਕੰਮ ਆ ਗਿਆ। ਮਹਾਰਾਜ ਜੀ ਉਦੋਂ ਵਿੱਚ ਖੇਤੀ ਵੀ ਸੰਭਾਲਦੇ ਨੇ ਤੇ ਅੱਗੇ ਕਰਤਾਰਪੁਰ ਦੇ ਵਿੱਚ ਫਿਰ ਜਦੋਂ ਉਦਾਸੀਆਂ ਕਰਕੇ ਅੰਤਿਮ ਸਮਾਂ ਜਿਹੜਾ ਆ ਜਾਂਦਾ ਹੈ ਸਤਿਗੁਰੂ ਜੀ ਦਾ ਜ਼ਿੰਦਗੀ ਦਾ, ਉਹਦੇ ਵਿੱਚ ਕਰਤਾਰਪੁਰ ਦੇ ਵਿੱਚ ਫਿਰ ਮਹਾਰਾਜ ਖੇਤੀ ਕਰਦੇ ਪਏ ਨੇ। ਸੁਲਤਾਨਪੁਰ ਲੋਧੀ ਵਿੱਚ ਮਹਾਰਾਜ ਮੋਦੀਖਾਨੇ ਦੀ ਕਿਰਤ ਕਰਦੇ ਨੇ। ਉਹ ਕੀ ਹੈ? ਉਹ ਵਪਾਰ ਹੀ ਤੇ ਹੈ, ਲੈਣ ਦੇਣ ਹੀ ਤੇ ਹੈ। ਕਿਰਤ ਕੋਈ ਵੀ ਕਰੋ, ਖਾਲਸੇ ਨੂੰ ਕਿਸੇ ਵੀ ਕਿਰਤ ਤੋਂ ਨਹੀਂ ਰੋਕਿਆ।
ਬਸ ਉਹਦੇ ਵਿੱਚ ਬੱਜਰ ਕਰੈਤ ਨਾ ਹੋਵੇ, ਇਸ ਕਿਰਤ ਦਾ ਜ਼ਰੂਰ ਧਿਆਨ ਰੱਖਣਾ ਹੈ ਉਹਨੇ। ਕਿਰਤ ਤੋਂ ਮਹਾਰਾਜ ਨੇ ਰੋਕਿਆ ਨਹੀਂ, ਕੋਈ ਕਿਰਤ ਸਾਡੇ ਵਿੱਚ ਨੀਵੀਂ ਨਹੀਂ ਵੀ ਆ ਦੂਜੇ ਦੀ ਕਿਰਤ ਹੈ ਮੈਂ ਕਿਉਂ ਕਰਾਂ। ਪਰ ਗੱਲ ਕੀ ਹੈ, ਜਿਹੜੀ ਵੀ ਕਿਰਤ ਕਰੋ ਉਹਦੇ ਵਿੱਚ ਇੰਨਾ ਸਮਾਂ ਤੇ ਮੇਰੇ ਕੋਲ ਹੋਵੇ ਵੀ ਨਿਤਨੇਮ ਕਰਨ ਦਾ ਟਾਈਮ ਨਾ ਮੇਰਾ ਕਿਤੇ ਗਵਾਚ ਜਾਵੇ ਜੀ, ਕੰਮ ਹੀ ਬੜਾ ਹੈ, ਮੈਨੂੰ ਤਾਂ ਨਿਤਨੇਮ ਕਰਨ ਦਾ ਟਾਈਮ ਹੀ ਨਹੀਂ ਲੱਗਦਾ, ਇਹ ਨਾ ਹੋਵੇ। ਨਿਯਮ ਬਣਾ ਕੇ ਚੱਲਣਾ ਹੈ ਕਿ ਗੁਰਦੁਆਰੇ ਆਉਣਾ ਹੀ ਆਉਣਾ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹੈ, ਅਸੀਂ ਬੜਾ ਕੁਝ ਆਪਣੇ ਲਈ ਮੰਗਦੇ ਹਾਂ ਅਤੇ ਮੰਗ ਲੈਣਾ ਵੀ ਚਾਹੀਦਾ ਹੈ, ਸਾਡਾ ਸਤਿਗੁਰੂ ਹੈ, ਹੋਰ ਕਿਹਦੇ ਕੋਲੋਂ ਮੰਗਣਾ ਹੈ। ਪਰ ਉਹਦੇ ਕੋਲੋਂ ਇੱਕ ਚੀਜ਼ ਜ਼ਰੂਰ ਮੰਗੀਏ ਵੀ ਸੱਚੇ ਪਾਤਸ਼ਾਹ ਇੱਕ ਨਿਤਨੇਮ ਨਾ ਮੇਰਾ ਖਤਮ ਹੋਵੇ ਅਤੇ ਇੱਕ ਸੱਚੇ ਪਾਤਸ਼ਾਹ ਸੰਗਤ ਨਾ ਖਤਮ ਹੋਵੇ। ਇਹ ਚੀਜ਼ਾਂ ਖਤਮ ਹੁੰਦੀਆਂ ਤੇ ਆਤਮਿਕ ਘਾਟੇ ਪੈਂਦੇ ਨੇ, ਆਤਮਿਕ ਤੌਰ 'ਤੇ ਘਾਟੇ ਪੈਂਦੇ ਨੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਗੁਰ ਸਿੱਖ ਪੂਜੰਦੇ। ਜਿਹੜੇ ਗੁਰਸਿੱਖ ਨੇ ਨਾ ਉਹ ਸੰਗਤ ਦੇ ਵਿੱਚ ਪੁੱਜਦੇ ਨੇ। ਹੁਣ ਥੋੜ੍ਹਾ ਜਿਹਾ ਹਵਾਲਾ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇੱਕ ਗੱਲ ਦਾ ਜ਼ਿਕਰ ਜਿਹੜਾ ਕੀਤਾ ਹੈ ਨਾ, ਉਹ ਡਾਕਟਰ ਬਲਵੀਰ ਸਿੰਘ ਹੁਣਾਂ ਨੇ ਕੀਤਾ ਹੈ। ਭਾਈ ਵੀਰ ਸਿੰਘ ਦੇ ਇਹ ਭਰਾ ਨੇ, ਬੜਾ ਸੋਹਣਾ ਮਹਾਰਾਜ ਨੇ ਇੰਨਾ ਪਿਆਰ ਦਿੱਤਾ ਹੈ ਨਾ, ਗੁਰਬਾਣੀ ਦੀ ਵਿਆਖਿਆ ਬੜੇ ਕਮਾਲ ਦੀ ਹੈ ਇਹਨਾਂ ਦੀ। ਉਹ ਕਹਿੰਦੇ ਨੇ ਕਿ ਪਠਾਣਾ ਦੇ ਇਲਾਕੇ ਦੇ ਵਿੱਚ, ਮਰਦਾਨ ਜਿਹੜਾ ਇਲਾਕਾ ਹੁਣ ਪਾਕਿਸਤਾਨ ਦੇ ਵਿੱਚ ਹੈ, ਕਹਿੰਦੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਅਤੇ ਅੰਮ੍ਰਿਤ ਵੇਲੇ ਦੀ ਗੱਲ ਦੱਸਦੇ ਨੇ ਵੀ ਅੰਮ੍ਰਿਤ ਵੇਲੇ ਉੱਥੋਂ ਦੀ ਜਿਹੜੀ ਸਿੱਖ ਸੰਗਤ ਹੈ ਉਹ ਗੁਰਦੁਆਰਾ ਸਾਹਿਬ ਇਕੱਠੀ ਹੁੰਦੀ ਹੈ। ਗੁਰਦੁਆਰਾ ਸਾਹਿਬ ਇਕੱਠੀ ਹੁੰਦੀ ਹੈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਥੇ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ ਹੈ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਉਦੋਂ ਦੀ ਗੱਲ ਦੱਸੀ ਹੈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਸਾ ਦੀ ਵਾਰ ਦੀ ਸਮਾਪਤੀ ਹੋ ਜਾਂਦੀ ਹੈ ਔਰ ਸੰਗਤ ਹੀ ਸਮਾਪਤੀ ਕਰਦੀ ਹੈ। ਹੁਣ ਤੁਸੀਂ ਵੇਖੋ ਵੀ ਜਿੱਥੇ ਸੰਗਤ ਖੁਦ ਆ ਕੇ ਆਸਾ ਦੀ ਵਾਰ ਦਾ ਪਾਠ ਕਰਦੀ ਹੋਵੇਗੀ, ਉਹ ਸੰਗਤ ਕਿਹੜੇ ਲੈਵਲ ਦੇ ਉੱਤੇ ਜਾਂਦੀ ਹੋਵੇਗੀ ਵੀ ਹਰ ਕੋਈ ਤੇ ਆਸਾ ਦੀ ਵਾਰ ਕਰ ਨਹੀਂ ਨਾ ਸਕਦਾ, ਉਹ ਉਹੀ ਕਰ ਸਕਦਾ ਹੈ ਜਿਹੜਾ ਰੋਜ਼ ਆਉਂਦਾ ਹੋਵੇਗਾ, ਕਿਉਂਕਿ ਪ੍ਰੈਕਟਿਸ ਦੀ ਲੋੜ ਹੈ ਇਹਦੇ ਲਈ। ਹੁਣ ਉਹ ਕਹਿੰਦੇ ਨੇ ਵੀ ਜਦੋਂ ਮੈਂ ਪੁੱਛਿਆ ਵੀ ਭਾਈ ਇਹ ਜਿਹੜੇ ਸਿੱਖ ਨੇ ਇਹ ਅੰਮ੍ਰਿਤ ਵੇਲੇ ਆ ਕੇ ਇੱਥੇ ਜੁੜਦੇ ਨੇ ਤੇ ਇਹ ਕਿਹਨਾਂ ਨੇ ਕਿਰਪਾ ਕੀਤੀ ਹੈ ਵੀ ਇੰਨੇ ਜਾਣੇ ਆ ਕੇ ਜੁੜ ਗਏ ਨੇ? ਉਹ ਕਹਿੰਦੇ ਇਹ ਕਿਰਪਾ ਹੋਈ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਣਾ ਦੀ। ਉਹਨਾਂ ਨੇ ਸੰਗਤ ਨੂੰ ਜੋੜਿਆ ਵੀ ਇੱਦਾਂ ਆ ਕੇ ਸੰਗਤ ਦੇ ਵਿੱਚ ਜੁੜਨਾ ਹੈ। ਔਰ ਤੁਸੀਂ ਜਿਸ ਅਸਥਾਨ ਦੇ ਉੱਤੇ ਬੈਠਦੇ ਜੇ, ਮੈਂ ਇਹ ਨਹੀਂ ਕਹਿੰਦਾ ਵੀ ਕਿਉਂਕਿ ਮੈਂ ਕੌਣ ਹਾਂ ਤੁਹਾਡੇ ਪਿੱਛੇ ਲਾ ਕੇ ਖਾਣ ਵਾਲੇ ਹਾਂ, ਤੁਸੀਂ ਕਿਤੇ ਬਾਕੀ ਥਾਵਾਂ ਨੂੰ ਪੁੱਛ ਕੇ ਵੇਖਿਓ ਵੀ ਮੋਤੀ ਨਗਰ ਦੀ ਸੰਗਤ ਕੀ ਹੈ, ਇਸ ਨੂੰ ਸੋਚ ਕੇ ਵੇਖਿਓ। ਇਹ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਸਤਿਗੁਰੂ ਦੇ ਕੋਲੋਂ ਅਰਦਾਸ ਕਰਿਓ ਵੀ ਇਹ ਚੀਜ਼ ਬਣੀ ਰਵੇ। ਬੜੀਆਂ ਥਾਵਾਂ ਨਾਲੋਂ ਵੱਖਰਾ ਫਰਕ ਹੈ। ਨਹੀਂ ਤਾਂ ਭਾਈ ਵੀ ਇਹੋ ਜਿਹੇ ਨੇ ਵੀ ਜਿਨ੍ਹਾਂ ਨੂੰ ਦੱਸਦਿਆਂ ਹੀ ਕੁਝ ਲੋੜ ਹੀ ਨਹੀਂ ਮਹਿਸੂਸ ਹੁੰਦੀ ਵੀ ਕੀ ਲੋੜ ਹੈ ਸੰਗਤ ਨੂੰ ਗੱਲ ਦੱਸਣ ਦੀ। ਮੈਂ ਨਹੀਂ ਕਹਿੰਦਾ ਵੀ ਮੈਂ ਬੜਾ ਕੁਝ ਦੱਸਦਾ ਹਾਂ, ਮੈਂ ਸਿੱਖਦਾ ਪਿਆ ਹਾਂ ਇੱਥੇ ਬੈਠ ਕੇ। ਮੈਂ ਤੁਹਾਡੇ ਕੋਲੋਂ ਸਿੱਖ ਲੈਂਦਾ ਹਾਂ, ਤੁਹਾਨੂੰ ਦੱਸਣ ਦੇ ਬਹਾਨੇ 'ਚ ਸਿੱਖ ਲੈਂਦੇ ਹਾਂ ਵੀ ਚਲੋ ਆਹ ਗੱਲ ਸਾਨੂੰ ਪਤਾ ਲੱਗ ਗਈ। ਸੰਗਤ ਕਦੀ ਇੱਦਾਂ ਦੀ ਨਹੀਂ ਹੋਣੀ ਚਾਹੀਦੀ, ਸੰਗਤ ਜਿਉਂਦੀ ਹੋਣੀ ਚਾਹੀਦੀ ਹੈ। ਅੱਧਾ ਘੰਟਾ ਪਹਿਲਾਂ ਹੀ ਹੈ, 20 ਮਿੰਟ ਪਹਿਲਾਂ ਹੀ ਸਹਿਜ ਪਾਠ ਹੋਇਆ, ਵੇਖੋ ਸੰਗਤ ਨੇ ਪਾਠ ਕੀਤਾ, ਕਿਆ ਕਮਾਲ ਦਾ ਪਾਠ, ਬਹੁਤੇ ਪਾਠੀਆਂ ਦੇ ਵਰਗਾ ਪਾਠ ਹੈ। ਚੰਗੇ ਭਲੇ ਪਾਠ ਕਰਨ ਵਾਲੇ ਵੀ ਇੱਦਾਂ ਦਾ ਪਾਠ ਨਹੀਂ ਕਰ ਪਾਉਂਦੇ, ਹੋਰ ਕਿਸੇ ਨੂੰ ਕੀ ਕਹੀਏ। ਇਹ ਕਿਹਨੇ ਸਿਖਾਇਆ ਹੈ? ਇਹ ਤੁਹਾਡੇ ਵੱਡਿਆਂ ਦੀ ਕਿਰਪਾ ਹੈ ਜਿਨ੍ਹਾਂ ਨੇ ਤੁਹਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਪਰ ਇਹ ਜੁੜੇ ਰਹਿਣਾ ਹੈ, ਇਹ ਚੀਜ਼ ਖਤਮ ਨਹੀਂ ਹੋਣੀ ਚਾਹੀਦੀ। ਦੇਖੋ ਗੁਰਦੁਆਰੇ ਦੀ ਬਿਲਡਿੰਗ ਤੁਸੀਂ ਕਰੋੜਾਂ ਰੁਪਏ ਦੀ ਬਣਾ ਦਿਓ, ਕੋਈ ਦਿੱਕਤ ਨਹੀਂ ਹੈ, ਸੰਗਤ ਦਾ ਪੈਸਾ ਹੈ, ਕੋਈ ਨਹੀਂ ਲੱਗ ਜਾਵੇ, ਕੋਈ ਦਿੱਕਤ ਨਹੀਂ ਹੈ। ਪਰ ਜੇ ਅੰਦਰ ਬੈਠਣ ਵਾਲਾ ਹੀ ਕੋਈ ਨਹੀਂ ਹੋਵੇਗਾ ਤਾਂ ਉਸ ਕਰੋੜ ਦੀ ਬਿਲਡਿੰਗ ਨੂੰ ਫਿਰ ਆਪਾਂ ਕੀ ਕਰਾਂਗੇ? ਅੰਦਰ ਬੈਠਣ ਵਾਲੇ ਵੀ ਤਾਂ ਪੈਦਾ ਕਰੀਏ ਨਾ। ਸੰਗਤ ਦਾ ਮਤਲਬ ਕੀ ਹੈ? ਉਹ ਵੀ ਥਾਵਾਂ ਹੈ ਨੇ, ਤੁਸੀਂ ਵਰਲਡ ਵਾਰ ਦੀਆਂ ਫੋਟੋਆਂ ਵੇਖ ਸਕਦੇ ਜੇ, ਜਿਹੜੇ ਸਿੱਖ ਫੌਜੀ ਜਾਂਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਉਹਨਾਂ ਦੇ ਕੋਲ, ਜਦੋਂ ਸਮਾਂ ਮਿਲਣਾ ਉਹਨਾਂ ਨੇ ਖੁੱਲ੍ਹੇ ਥਾਂ 'ਤੇ ਪ੍ਰਕਾਸ਼ ਕਰਕੇ ਉੱਤੇ ਚਾਨਣੀ ਲਾ ਕੇ ਅਤੇ ਉੱਥੇ ਹੀ ਉਹ ਦੀਵਾਨ ਸਜਾਉਂਦੇ, ਫਿਰ ਜਿਹੜੇ ਦੀਵਾਨ ਸਜਾ ਲੈਂਦੇ ਨੇ, ਉੱਥੇ ਕੀਰਤਨ ਕਰ ਲੈਂਦੇ ਨੇ। ਉਹਨਾਂ ਨੇ ਤਾਂ ਕਦੀ ਇਸ ਗੱਲ ਨੂੰ ਸੋਚਿਆ ਨਹੀਂ ਵੀ ਨਹੀਂ ਭਾਈ ਪੱਕਾ ਥਾਂ ਹੋਵੇਗਾ ਤੇ ਫਿਰ ਹੀ ਬੈਠਣਾ ਹੈ। ਉਹਨਾਂ ਨੂੰ ਪਤਾ ਸੀ ਵੀ ਜਿੱਥੇ ਸਿੱਖ ਹੋ ਗਏ ਸੰਗਤ ਉੱਥੇ ਹੋ ਹੀ ਜਾਣੀ ਹੈ। ਇਹਨੂੰ ਇਸ ਲੈਵਲ ਦੇ ਉੱਤੇ ਲੈ ਕੇ ਜਾਣਾ, ਮੈਂ ਫਿਰ ਕਹਿ ਦੇਵਾਂ ਬੜਾ ਸੋਹਣਾ ਅਸਥਾਨ ਮਹਾਰਾਜ ਨੇ ਦਿੱਤਾ ਹੈ। ਔਰ ਇਹ ਹੋਰ ਸੋਹਣਾ ਹੋਵੇ, ਚੜ੍ਹਦੀ ਕਲਾ ਦੇ ਵਿੱਚ ਜਾਵੇ, ਕੋਈ ਰੋਕ ਨਹੀਂ ਹੈ। ਅਸੀਂ ਉਹ ਨਹੀਂ ਹਾਂ ਵੀ ਕਹੀਏ ਜੀ ਕਿਉਂ ਬਣਾਈ ਜਾਂਦੇ ਨੇ, ਨਹੀਂ, ਬਣਨਾ ਚਾਹੀਦਾ ਹੈ। ਗੁਰੂ ਦਾ ਘਰ ਹੈ, ਸੋਹਣਾ ਹੋਣਾ ਚਾਹੀਦਾ ਹੈ ਦੁਨੀਆ ਨਾਲੋਂ। ਪਰ ਮੈਂ ਇਹ ਗੱਲ ਕਹਿੰਦਾ ਹਾਂ ਉਹਦੇ ਵਿੱਚ ਆਉਣ ਵਾਲੀ ਸੰਗਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਵੀ ਇਹ ਜਿਹੜੀ ਹੈ ਉਹ ਸੰਗਤ ਨੂੰ ਆਪਾਂ ਜਿਉਂਦੇ ਕਿੱਦਾਂ ਰੱਖਣਾ ਹੈ। ਜਿਉਂਦੇ ਦਾ ਮਤਲਬ ਚੜ੍ਹਦੀ ਕਲਾ 'ਚ ਕਿੱਦਾਂ ਰੱਖਣਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਗੁਰਸਿੱਖ ਪੂਜੰਦੇ। ਮੈਂ ਸੰਗਤ ਦਾ ਇੱਕ ਹਵਾਲਾ ਆਪ ਜੀ ਦੇ ਅੱਗੇ ਰੱਖ ਦੇਵਾਂ ਅਤੇ ਫਿਰ ਅਸੀਂ ਅਗਲੀ ਪੌੜੀ ਵੀ ਲਗਭਗ ਇਹਦੇ ਨਾਲ ਮਿਲਦੀ ਹੈ ਅਤੇ ਵਿਚਾਰਾਂਗੇ। ਸੁਲਤਾਨਪੁਰ ਲੋਧੀ ਦੇ ਵਿੱਚ ਸੰਗਤ ਹੁੰਦੀ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ। ਇਸ ਸੰਗਤ ਦੇ ਵਿੱਚ ਇੱਕ ਵਾਰ ਆਇਆ ਸੀ ਭਾਈ ਭਗੀਰਥ, ਪਹਿਲੀ ਵਾਰ ਆਇਆ ਸੀ। ਲਾਗੇ ਪਿੰਡ ਸੀ ਉਹਦਾ ਮਲਸੀਆਂ, ਉਹ ਪਹਿਲੀ ਵਾਰ ਆਇਆ ਸੀ। ਜਦੋਂ ਸੰਗਤ ਦੇ ਵਿੱਚ ਆ ਕੇ ਉਹਨੇ ਵੇਖਿਆ ਨਾ ਵੀ ਕਿਆ ਕਮਾਲ ਦਾ ਮਾਹੌਲ ਹੈ
ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਕਾਲੀ ਦੇਵੀ ਦਾ ਪੁਜਾਰੀ ਸੀ, ਗੁਰੂ ਨਾਨਕ ਦੀ ਸੰਗਤ ਦੇ ਵਿੱਚ ਆ ਕੇ ਬੈਠ ਗਿਆ। ਸੰਗਤ ਦਾ ਪ੍ਰਭਾਵ ਇਦਾਂ ਦਾ ਹੋਣਾ ਚਾਹੀਦਾ ਹੈ। ਮਹਾਰਾਜ ਮਾਫ ਕਰ ਲਵੇ, ਮੈਂ ਫੇਰ ਕਹਿ ਦੇਵਾਂ, ਤੁਸੀਂ ਬੈਠੇ ਜੇ ਨਾ, ਤੁਸੀਂ ਬਾਣੀ ਪੜ੍ਹੀ ਹੈ ਤੇ ਤੁਹਾਡੇ ਵੱਲ ਵੇਖ ਕੇ ਕਿਸੇ ਹੋਰ ਨੂੰ ਵੀ ਚਾਅ ਚੜੇਗਾ ਵੀ ਮੈਂ ਬਾਣੀ, ਉਹ ਬਾਣੀ ਪੜ੍ਹਦਾ ਪਿਆ ਤੇ ਮੈਂ ਵੀ ਪੋਥੀ ਤੋਂ ਬਾਣੀ ਪੜ੍ਹ ਲਵਾਂ। ਜਦੋਂ ਇੱਥੇ ਕੋਈ ਬੈਠਾ ਹੀ ਨਹੀਂ ਹੋਵੇਗਾ ਤੇ ਕੀ ਕਿਸੇ ਨੂੰ ਪਤਾ ਲੱਗੇਗਾ ਵੀ ਪਾਠ ਕਰਨੀ ਵੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ। ਇਹ ਵੇਖ ਕੇ ਚਾਅ ਚੜ੍ਹਦਾ ਹੈ। ਔਰ ਫਿਰ ਇਸ ਕਰਕੇ ਸ਼ੁਕਰਗੁਜ਼ਾਰ ਹੋਈਏ ਵੀ ਮਾਲਕ ਨੇ ਸਾਨੂੰ ਆ ਸੰਗਤ ਦੇ ਦਿੱਤੀ ਹੈ। ਮੈਲ ਸਿੰਘਾਂ ਵਿੱਚ ਆਖੀਐ ਭਗੀਰਥ ਕਾਲੀ ਗੁਣ ਗਾਵੇ, ਭਾਈ ਗੁਰਦਾਸ ਸਾਹਿਬ। ਭਾਈ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਨੂੰ ਹੀ ਪੜ੍ਹੀਏ ਤੇ ਉਹਨਾਂ ਨੇ ਵੇਖੋ ਡੱਲੇ ਦੀ ਸੰਗਤ ਦਾ ਜ਼ਿਕਰ ਕੀਤਾ, ਡੱਲੇ ਵਾਸੀ ਸੰਗਤ ਭਾਰੀ, ਡੱਲੇ ਦੀ ਸੰਗਤ। ਉਹਨਾਂ ਨੇ ਆਗਰੇ ਦੀ ਸੰਗਤ ਦਾ ਜ਼ਿਕਰ ਕੀਤਾ, ਕਾਬਲ ਦੀ ਸੰਗਤ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਆਉਂਦਾ, ਸੁਲਤਾਨਪੁਰ ਦੀ ਸੰਗਤ ਦਾ ਜ਼ਿਕਰ ਆਉਂਦਾ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਬੰਗਾਲ ਵਾਲੇ ਇਲਾਕੇ ਵੱਲ ਜਾਓਗੇ ਤੇ ਉੱਥੇ ਗੁਰਦੁਆਰਿਆਂ ਦਾ ਨਾਮ ਹੀ ਸੰਗਤ ਦੇ ਉੱਤੇ ਹੈ। ਗੁਰਦੁਆਰਾ ਸਿੱਖ ਸੰਗਤ, ਬੜਾ ਜਿਹੜੀ ਹੈ ਬੜੀ ਸੰਗਤ, ਹਾਂਡੀ ਦੀ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਥਾਨ ਨਾਲ ਸੰਬੰਧਿਤ ਜਿਹੜੇ ਉਹ ਗੁਰਦੁਆਰਿਆਂ ਨੂੰ ਸੰਗਤ ਕਹਿੰਦੇ ਨੇ। ਇਹਦਾ ਮਤਲਬ ਹੈ ਵੀ ਸੰਗਤ ਜੁੜਦੀ। ਜਿੱਦਾਂ ਲੋਕ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਦੌੜ ਕੇ ਜਾਂਦੇ ਨੇ ਨਾ, ਸਿੱਖ ਇਸ ਤਰ੍ਹਾਂ ਸੰਗਤ ਦੇ ਵਿੱਚ ਆ ਕੇ ਜੁੜਦੇ ਨੇ। ਮੈਂ ਫਿਰ ਕਹਿ ਦੇਵਾਂ, ਅਗਲੀ ਗੱਲ ਕਰਨ ਤੋਂ ਪਹਿਲਾਂ ਮਹਾਰਾਜ ਦੇ ਕੋਲ ਅਰਦਾਸ ਕਰੀਏ, ਹਰ ਇੱਕ ਗੁਰਦੁਆਰਾ ਪ੍ਰਚਾਰ ਦਾ ਕੇਂਦਰ ਹੋਵੇ। ਜਿੱਥੇ ਅਸੀਂ ਬੈਠਦੇ ਹਾਂ ਉੱਥੇ ਮਾਲਕ ਸਾਨੂੰ ਨਿਤਨੇਮ ਦੀ ਦਾਤ ਦੇਵੇ ਤੇ ਸੰਗਤ ਦੀ ਦਾਤ ਦੇਵੇ। ਸਤਿਗੁਰੂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸਿੱਖ ਪੂਜੰਦੇ। ਇੱਦਾਂ ਗੁਰਸਿੱਖ ਜਿਹੜੇ ਨੇ ਨਾ ਉਹ ਸੰਗਤ ਦੇ ਵਿੱਚ ਪੁੱਜਦੇ ਨੇ। ਫਿਰ ਅਗਲੀ ਗੱਲ ਉਹ ਕਹਿੰਦੇ, ਹੁਣ ਵੇਖਿਓ ਇਹਨੂੰ ਹੋਰ ਸਮਝ ਲਓ, ਅਮਲੀ ਰਚਨ ਅਮਲੀਆਂ, ਸੋਫੀ ਮੇਲ ਕਰਨ ਦੇ। ਜਦੋਂ ਉਦਾਹਰਣ ਹੁੰਦੀ ਹੈ ਨਾ ਤੇ ਉਦਾਹਰਣ ਦੇ ਨਾਲ ਨਹੀਂ ਜੁੜਨਾ ਹੁੰਦਾ, ਉਦਾਹਰਣ ਨੂੰ ਸਮਝਣਾ ਹੁੰਦਾ ਹੈ। ਤੁਸੀਂ ਵੇਖੋਗੇ ਵਿਆਹ ਹੋ ਰਹੇ ਨੇ, ਵਿਆਹਾਂ ਦੇ ਵਿੱਚ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸ਼ਰਾਬ ਦੀ ਆਦਤ ਹੈ ਉਹ ਕਿਹਦੇ ਲਾਗੇ ਜਾ ਕੇ ਬੈਠਣਗੇ? ਜਿਹਨੂੰ ਪੀਣ ਦੀ ਆਦਤ ਹੈ, ਆਪਣੇ ਆਪ ਹੀ ਟੇਬਲ ਉਹਨਾਂ ਦਾ ਇਕੱਠਾ ਹੋ ਜਾਂਦਾ। ਜਿਹੜੇ ਨਹੀਂ ਪੀਣਗੇ ਉਹ ਕੀ ਕਰਨਗੇ? ਉਹਨਾਂ ਦੇ ਨਾਲੋਂ ਵੱਖਰੇ ਹੋ ਕੇ ਬੈਠ ਜਾਣਗੇ। ਅਮਲੀ ਰਚਨ ਅਮਲੀਆਂ, ਇੱਦਾਂ ਇਹ ਸਿਰਫ ਉੱਥੋਂ ਦੀ ਗੱਲ 'ਤੇ ਆਪਾਂ ਉਦਾਹਰਣ ਸਮਝ ਲਈਏ, ਬਾਹਰ ਵੀ ਇਹੋ ਹੀ ਹਾਲ ਹੈ। ਜਿਹੋ ਜਿਹਾ ਬੰਦਾ ਹੈ ਨਾ ਉਹਨੂੰ ਉਹੋ ਜਿਹੇ ਮਿੱਤਰ ਹੀ ਚੰਗੇ ਲੱਗਦੇ ਨੇ। ਅਮਲੀ ਰਚਨ ਅਮਲੀਆਂ, ਅਮਲੀ ਅਮਲੀਆਂ ਦੇ ਨਾਲ ਰਚ ਜਾਂਦੇ ਨੇ। ਸੋਫੀ ਮੇਲ ਕਰਨ ਦੇ, ਸੋਫੀਆਂ ਦਾ ਮੇਲ ਸੋਫੀਆਂ ਦੇ ਨਾਲ। ਕਾਰੋਬਾਰ ਦੇ ਵਿੱਚ, ਫੈਕਟਰੀ ਦੇ ਵਿੱਚ ਤੁਸੀਂ ਵੇਖੋ, 2-4 ਪੀਣ ਵਾਲੇ ਹੁੰਦੇ ਨੇ ਉਹ ਇਕੱਠੇ ਹੋ ਜਾਂਦੇ ਨੇ, 2-4 ਸੋਫੀ ਹੁੰਦੇ ਨੇ ਵੱਖਰੇ ਹੋ ਜਾਂਦੇ ਨੇ। ਕਮਰਿਆਂ ਤੱਕ ਲੜਾਈਆਂ ਹੋ ਜਾਂਦੀਆਂ ਨੇ। ਕਿਉਂ? ਸਿਰਫ ਇਸੇ ਚੱਕਰ ਦੇ ਵਿੱਚ, ਕਿਉਂਕਿ ਸੋਚ ਨਹੀਂ ਮਿਲਦੀ। ਜੂਵਾਰੀਆ ਵੇ ਕਰਮ ਰਚੰਦੇ। ਇੱਦਾਂ ਹੀ ਵੇਖੋ ਜੂਆ ਖੇਡਣ ਵਾਲੇ, ਉਹ ਦਿਨ ਹੋਵੇ ਰਾਤ ਹੋਵੇ, ਉਹਨਾਂ ਨੇ ਪਹੁੰਚਣਾ ਕਿ ਨਹੀਂ ਉਹਨਾਂ ਦੇ ਕੋਲ। ਉਹਨਾਂ ਨੂੰ ਕਿਸੇ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਪਤਾ ਵੀ ਸਾਡਾ ਅੱਡਾ ਇਹ ਹੈ, ਆਵਾਜ਼ ਵੀ ਨਹੀਂ ਮਾਰਨੀ ਪੈਂਦੀ, ਆਪਣੇ ਆਪ ਹੀ ਇਕੱਠੇ ਹੋ ਜਾਂਦੇ ਨੇ। ਇੱਦਾਂ ਹੀ ਵਿਕਰਮੀ, ਮਾੜੇ ਕਰਮਾਂ ਵਾਲੇ, ਜਿਹੜੇ ਭੈੜੇ ਕਰਮ ਕਰਦੇ ਨੇ, ਉਹਨਾਂ ਨੂੰ ਵੀ ਕਿਤੇ ਥਾਂ ਲੱਭਣੀ ਪੈਂਦੀ ਹੈ, ਆਪਣੇ ਆਪ ਹੀ ਸਾਰੇ ਇਕੱਠੇ ਹੋ ਜਾਂਦੇ ਨੇ। ਤੇ ਹੁਣ ਤੇ ਸਗੋਂ ਏਡੇ ਕਮਾਲ ਦੀ ਗੱਲ ਹੋ ਗਈ ਹੈ, ਉਹਨਾਂ ਨੂੰ ਸਪੈਸ਼ਲ ਥਾਵਾਂ ਦਿੱਤੀਆਂ ਗਈਆਂ ਨੇ। ਜਿਨ੍ਹਾਂ ਨੂੰ ਸਵੇਰੇ ਉੱਠਣਾ ਬੁਰਾ ਲੱਗਦਾ ਹੈ ਨਾ ਵੀ ਸਵੇਰੇ ਕਿਉਂ ਉੱਠੀਏ, ਉਹਨਾਂ ਨੂੰ ਰਾਤ ਜਾਗਣਾ ਬੁਰਾ ਨਹੀਂ ਲੱਗਦਾ। ਰਾਤ ਭਾਵੇਂ 3-3 ਵਜੇ ਤੱਕ ਜਾਗਦੇ ਰਹਿਣ, ਤੇ ਜਾ ਕੇ ਕਰਦੇ ਕੀ ਪਏ ਨੇ? ਤੁਹਾਡਾ ਸ਼ਹਿਰ ਹੈ, ਤੁਹਾਡੇ ਸਾਹਮਣੇ ਤਾਂ ਜ਼ਿਆਦਾ ਵਿਆਖਿਆ ਹੋਵੇਗੀ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਵੇਗਾ। ਵੇ ਕਰਮ ਰਚੰਦੇ, ਲੱਗੇ ਰਹਿੰਦੇ ਨੇ। ਫਿਰ ਕੀ ਹੈ? ਚੋਰਾਂ ਪਿਰਹੜੀ, ਚੋਰਾਂ ਦਾ ਪਿਆਰ ਚੋਰਾਂ ਦੇ ਨਾਲ। ਜਿਨ੍ਹਾਂ ਨੇ ਚੋਰੀ ਕਰਨੀ ਉਹਨਾਂ ਦੀ ਆਪਣੀ ਸਾਂਝ ਆਪਣੇ ਆਪ ਹੀ ਬਣ ਜਾਂਦੀ ਹੈ ਵੀ ਭਾਈ ਮੈਂ ਤਾਂ ਇਸ ਕੰਮ ਦੇ ਵਿੱਚ ਆਇਆ, ਚੱਲ ਜੇ ਆਇਆ ਤੇ ਮੈਂ ਵੀ ਇਸੇ ਕੰਮ ਦੇ ਵਿੱਚ ਹੁਣ ਆਪਾਂ ਰਲ ਕੇ ਕੰਮ ਕਰ ਲਈਏ। ਚੋਰਾਂ ਦੇ ਨਾਲ ਪ੍ਰੀਤ ਹੋ ਗਈ। ਠੱਗ ਮਿਲ ਦੇਸ਼ ਠਗੰਦੇ, ਤੇ ਠੱਗ ਇਕੱਠੇ ਹੋ ਕੇ ਤੇ ਦੇਸ਼ ਨੂੰ ਹੀ ਠੱਗ ਲੈਂਦੇ ਨੇ। ਇਹ ਸਾਡੇ ਦੇਸ਼ ਦੀ ਵੈਸੇ ਪੋਲੀਟੀਕਲ ਪਾਵਰ ਇਹੋ ਹੀ ਹੋਈ ਪਈ ਅੱਜ ਕੱਲ੍ਹ। ਠੱਗ ਸਾਰੇ ਇਕੱਠੇ ਹੋ ਗਏ। ਠੱਗ ਮਿਲ ਦੇਸ਼ ਠਗੰਦੇ, ਦੇਸ਼ ਨੂੰ ਹੀ ਠੱਗ ਲਿਆ ਸਾਰੇ ਠੱਗਾਂ ਨੇ ਇਕੱਠੇ ਹੋ ਕੇ। ਮਸਕਰਿਆਂ ਮਿਲ ਮਸਕਰੇ, ਚੁਗਲ ਉਮਾਹ ਮਿਲੰਦੇ। ਇੱਦਾਂ ਹੀ ਫਿਰ ਜਿਹੜੇ ਮਸਕਰੀਆਂ ਕਰਨ ਵਾਲੇ ਹੁੰਦੇ ਨੇ, ਮਖੌਲ ਕਰਨ ਵਾਲੇ ਹੁੰਦੇ ਨੇ। ਇਹ ਮੈਂ ਫਿਰ ਕਹਿ ਦੇਵਾਂ, ਜੇ ਤੁਹਾਨੂੰ ਘੱਟ ਬੋਲਣ ਦੀ ਆਦਤ ਹੈ, ਜ਼ਿਆਦਾ ਬੋਲਣ ਵਾਲਾ ਬੰਦਾ ਤੁਹਾਡੇ ਲਾਗੇ ਕਾਢ ਨਹੀਂ ਕੱਢ ਸਕਦਾ, ਕਿਉਂਕਿ ਤੁਹਾਡੇ ਲਈ ਸਿਰਫ ਉਹ ਸਿਰ ਪੀੜ ਹੈ, ਹੋਰ ਕੁਝ ਨਹੀਂ ਹੈ। ਕਿਉਂਕਿ ਬੋਲੀ ਜਾਂਦਾ, ਚੁੱਪ ਹੀ ਨਹੀਂ ਕਰਦਾ। ਤੇ ਜਿਹੜੇ ਬੰਦੇ ਨੂੰ ਚੁੱਪ ਰਹਿਣ ਦੀ ਆਦਤ ਨਹੀਂ ਹੈ, ਉਹਦੇ ਲਾਗੇ ਚੁੱਪ ਕਰਨ ਵਾਲਾ ਬੰਦਾ ਬਹਿ ਗਿਆ, ਉਹ ਕਵੇਗਾ ਤੇ ਬਿਮਾਰ ਹੈ ਤੇ ਕੁਝ ਬੋਲਦਾ ਹੀ ਨਹੀਂ ਕੱਢ ਸਕਦਾ ਕਾਢ। ਇਸ ਕਰਕੇ ਸੰਗਤ ਵੀ ਸਾਡੀ ਜਿਹੜੀ ਕੰਪਨੀ ਆ ਵੀ ਉਹਦੇ ਨਾਲ ਹੀ ਹੋ ਸਕਦੀ ਹੈ ਜਿਹਦੇ ਨਾਲ ਥੋੜ੍ਹੀ ਬਹੁਤੀ ਸੋਚ ਮਿਲਦੀ ਹੈ। ਨਹੀਂ 10-12 ਦਿਨ ਰਹੇਗੀ, ਖਤਮ ਹੋ ਜਾਵੇਗੀ ਸਾਰੀ। ਇੱਥੇ ਹੁਣ ਕਹਿੰਦੇ ਨੇ ਜਿਨ੍ਹਾਂ ਨੂੰ ਮਜ਼ਾਕ ਕਰਨ ਦੀ ਆਦਤ ਹੁੰਦੀ ਹੈ
ਉਹਨਾਂ ਦੇ ਨਾਲ ਮਜ਼ਾਕ ਕਰਨ ਵਾਲੇ ਆਪੇ ਹੀ ਆ ਕੇ ਬੈਠ ਜਾਂਦੇ ਨੇ। ਇੱਦਾਂ ਹੀ ਜਿਹੜੀਆਂ ਚੁਗਲੀਆਂ ਕਰਨ ਵਾਲੇ ਹੁੰਦੇ ਨੇ, ਇਹ ਵੈਸੇ ਫਾਰਸੀ ਦਾ ਵਰਡ ਹੈ, ਚੁਗਲ ਕਰਨੀ, ਪਿੱਛੇ ਕਿਸੇ ਦੀ ਗੱਲ ਕਰਨੀ ਨਾ, ਉਹ ਕੀ ਹੈ, ਉਮਾਹ ਮਿਲਣ ਦੇ, ਬੜੇ ਚਾਅ ਦੇ ਨਾਲ ਜਾ ਕੇ ਮਿਲਦੇ ਨੇ ਵੀ ਭਾਈ ਉਹਦੀ ਗੱਲ ਕਰਨੀ ਹੈ। ਔਰ ਵੇਖੋ ਫਿਰ ਕਿੱਦਾਂ ਲਗਾਤਾਰ ਹੀ ਮਸ਼ੀਨ ਚੱਲਦੀ ਰਹਿੰਦੀ ਹੈ, ਟਾਈਮ ਦਾ ਵੀ ਚੇਤਾ ਭੁੱਲ ਜਾਂਦਾ। ਚੁਗਲ ਉਮਾਹ ਮਿਲਣ ਦੇ, ਮਨ ਤਾਰੂ ਤਾਰੂ ਤਾਰ ਮਿਲਣ ਦੇ। ਦੋ ਤਰੀਕੇ ਦੇ ਲੋਕ ਪਾਣੀ ਦੇ ਵਿੱਚ, ਜਾਂ ਤੇ ਉਹ ਸਵਿਮਰ ਨਹੀਂ, ਉਹਨਾਂ ਨੂੰ ਤੈਰਨਾ ਆਉਂਦਾ ਹੈ, ਤੇ ਜਾਂ ਨਹੀਂ ਤੈਰਨਾ ਆਉਂਦਾ। ਸਾਡੀ ਦੋਵਾਂ 'ਚ ਕੀ ਹਾਲਤ ਹੋਵੇਗੀ, ਜਾਂ ਤਾਂ ਸਾਨੂੰ ਪਾਣੀ 'ਚ ਤੈਰਨਾ ਆਉਂਦਾ ਤੇ ਜਾਂ ਨਹੀਂ ਤੈਰਨਾ ਆਉਂਦਾ। ਹੁਣ ਨਹਿਰ ਦੇ ਕੰਢੇ ਦੇ ਉੱਤੇ ਜਾਂ ਨਦੀ ਦੇ ਕੰਢੇ ਦੇ ਉੱਤੇ ਦੋ ਤਰੀਕੇ ਦੇ ਲੋਕ ਹੁੰਦੇ ਨੇ। ਇੱਕ ਹੁੰਦੇ ਨੇ ਮਨਤਾਰੂ ਦਾ ਮਤਲਬ ਹੁੰਦਾ ਜਿਹਨੂੰ ਤੈਰਨ ਦੀ ਜਾਚ ਨਹੀਂ ਹੈ। ਉਹ ਫਿਰ ਕੀ ਕਰੇਗਾ, ਉਹ ਨਹਾਉਂਦਿਆਂ ਨੂੰ ਵੇਖਦਾ ਰਹਿੰਦਾ ਤੇ ਚੁੱਪ ਕਰਕੇ ਕੰਢੇ ਦੇ ਉੱਤੇ ਬੈਠਾ ਹੁੰਦਾ। ਉਹਨੂੰ ਇਹ ਵੀ ਡਰ ਹੁੰਦਾ ਵੀ ਕਿਤੇ ਕੋਈ ਧੱਕਾ ਨਾ ਮਾਰ ਦੇਵੇ, ਕਿਉਂਕਿ ਬਾਹਰ ਨਹੀਂ ਨਿਕਲਿਆ ਜਾਣਾ। ਮਨਤਾਰੂ ਕੀ ਹੈ, ਹੁਣ ਇੱਕ ਜਾਣੇ ਨੂੰ ਤੈਰਨਾ ਨਹੀਂ ਆਉਂਦਾ, ਉਹ ਬਾਹਰ ਨਹਾਉਂਦਿਆਂ ਨੂੰ ਵੇਖਦਾ ਪਿਆ ਵੀ ਉਹ ਜਿਹੜੇ ਨਹਾ ਰਹੇ ਨੇ ਬਸ ਵੇਖਣਾ ਆਇਆ ਉਹਨੂੰ, ਕਿਉਂਕਿ ਮੈਂ ਵਿੱਚ ਨਹੀਂ ਜਾਣਾ। ਫਿਰ ਦੂਜਾ ਆਇਆ, ਉਹਨੂੰ ਵੀ ਨਹੀਂ ਸੀ ਜਾਚ। ਉਹ ਸਾਰੇ ਵੇਖੋ ਨਹਿਰ ਦੀ ਜਿਹੜੀ ਲਾਈਨ ਹੁੰਦੀ ਹੈ ਨਾ, ਬਾਹਰ ਦੀ ਪਟੜੀ ਹੁੰਦੀ ਹੈ, ਉਹਦੇ ਉੱਤੇ ਸਾਰੇ ਬੈਠੇ ਹੁੰਦੇ ਨੇ। ਕਿਉਂ? ਕਿਉਂਕਿ ਤੈਰ ਨਹੀਂ ਸਕਦੇ। ਤੇ ਜਿਹੜੇ ਤੈਰਨ ਵਾਲੇ ਹੁੰਦੇ ਨੇ ਉਹ ਆਉਂਦੇ ਨੇ ਤੇ ਛਾਲ ਮਾਰ ਕੇ ਪਾਣੀ ਦੇ ਵਿੱਚ। ਜਿੱਦਾਂ ਅਣਜਾਣ ਜਿਹੜੇ ਪਾਣੀ ਦੇ ਵਿੱਚ ਤੈਰ ਨਹੀਂ ਸਕਦੇ ਉਹ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ, ਤੇ ਤੈਰਨ ਵਾਲੇ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਨਾ। ਦੁਖਿਆਰਿਆਂ ਮਿਲ ਆਪਣੇ ਦੁੱਖ ਰੁਵੰਦੇ। ਤੇ ਕਹਿੰਦੇ ਬਸ ਇੱਦਾਂ ਹੀ ਇੱਕ ਹੋਰ ਉਦਾਹਰਣ ਵੇਖ ਲਓ, ਜਿੱਥੇ ਇੱਕ ਦੁਖੀ ਇਕੱਠਿਆ ਹੋ ਬੈਠਾ ਹੋਵੇਗਾ, ਉਹਦੇ ਨਾਲ ਇੱਕ ਹੋਰ ਦੁਖੀ ਆ ਕੇ ਬੈਠ ਜਾਵੇਗਾ, ਫਿਰ ਇੱਕ ਹੋਰ ਦੁਖੀ ਹੋ ਕੇ ਬੈਠ ਜਾਵੇਗਾ। ਫਿਰ ਕੀ ਹੈ, ਫਿਰ ਮਿਲ ਆਪਣੇ ਦੁੱਖ ਰਵੰਦੇ, ਨਾਲੇ ਤੇ ਮਿਲ ਹੀ ਜਾਂਦੇ ਨੇ ਤੇ ਨਾਲੇ ਆਪਣੇ ਦੁੱਖ ਦੱਸਦੇ ਰਹਿੰਦੇ ਨੇ। ਇਹ ਤਾਂ ਆਪਾਂ ਕਈ ਵਾਰ ਵਿਚਾਰ ਕਰਦੇ ਹੁੰਦੇ। ਦੁਖਿਆਰਿਆਂ ਮਿਲ ਆਪਣੇ ਦੁੱਖ ਰਵੰਦੇ। ਦੁਖੀ ਵਿਚਾਰੇ ਆਪਣੇ ਦੁੱਖ ਸਾਰੇ, ਜਿੱਥੇ ਵੇਖੇ ਤੁਸੀਂ ਮਤਲਬ ਜ਼ਿਆਦਾ ਢੈਂਦੀ ਕਲਾ ਵਾਲੇ ਲੋਕ ਹੋਣਗੇ ਨਾ, ਉਹਦੇ ਵਿੱਚ ਦੁੱਖ ਦੀ ਗੱਲ ਹੀ ਨਿਕਲੇਗੀ। ਤੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੁੰਦਾ ਸੀ, ਦੁਖੀ ਆਤਮਾਵਾਂ ਬੈਠੀਆਂ ਨੇ। ਮਤਲਬ ਇਹਨਾਂ ਦੇ ਲਾਗੋਂ ਹਾਸੇ ਦੀ ਗੱਲ ਨਹੀਂ ਕੋਈ ਨਿਕਲਣੀ, ਇਹਨਾਂ ਦੇ ਲਾਗੋਂ ਉਦਾਸੀ ਹੀ ਨਿਕਲੇਗੀ। ਮੈਂ ਫਿਰ ਕਹਿ ਦੇਵਾਂ, ਇਹ ਨਹੀਂ ਵੀ ਦੁੱਖ ਹੁੰਦਾ ਨਹੀਂ ਹੈ ਜ਼ਿੰਦਗੀ ਦੇ ਵਿੱਚ, ਦੁੱਖ ਹੋ ਜਾਂਦਾ ਹੈ, ਪਰ ਉਹਦੇ ਤੋਂ ਅੱਗੇ ਵੀ ਤੇ ਨਿਕਲਣਾ ਹੈ ਨਾ। ਹੁਣ ਉੱਥੇ ਕਿੱਥੇ ਬੈਠੇ ਰਹੀਏ? ਹਰ ਵੇਲੇ ਇੱਕ ਜ਼ਿੰਦਗੀ ਦੀ ਇੱਕ ਦੌੜ ਹੈ, ਜੋ ਪਿੱਛੇ ਰਹਿ ਗਿਆ ਹੈ, ਜੇ ਉਹਦੇ ਵੱਲ ਹੀ ਬੈਠੇ ਰਵਾਂਗੇ ਤੇ ਫਿਰ ਅੱਗੇ ਕਿੱਦਾਂ ਚੱਲ ਪਾਵਾਂਗੇ? ਇਸ ਕਰਕੇ ਕੀ ਹੈ, ਜਿੱਦਾਂ ਦੁਖੀ ਲੋਕ ਦੁਖੀਆਂ ਦੇ ਕੋਲ ਆਪਣੇ ਦੁੱਖ ਸੁਣਾਉਂਦੇ ਰਹਿੰਦੇ ਹੈ ਨਾ, ਭਾਈ ਗੁਰਦਾਸ ਕਹਿੰਦੇ ਸਾਧ ਸੰਗਤ ਗੁਰ ਸਿੱਖ ਵਸੰਦੇ। ਇੱਦਾਂ ਜਿਹੜੇ ਸਿੱਖ ਨੇ ਨਾ, ਉਹ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਵਸਦੇ ਨੇ। ਫਿਰ ਇਹਨੂੰ ਸਮਝ ਲਈਏ, ਜਿੱਦਾਂ ਅਮਲੀ ਅਮਲੀਆਂ ਦੇ ਕੋਲ, ਸੋਫੀ ਸੋਫੀਆਂ ਦੇ ਕੋਲ ਜਾ ਕੇ ਬੈਠ ਜਾਂਦੇ ਨੇ, ਜੂਏ ਵਾਲੇ ਜੂਏ ਵਾਲਿਆਂ ਦੇ ਕੋਲ ਬੈਠ ਜਾਂਦੇ ਨੇ, ਮਾੜੇ ਕਰਮਾਂ ਵਾਲੇ ਮਾੜੇ ਕਰਮਾਂ ਦੀ ਸੰਗਤ ਦੇ ਵਿੱਚ ਪੈ ਜਾਂਦੇ ਨੇ, ਚੋਰਾਂ ਦੀ ਚੋਰਾਂ ਦੇ ਨਾਲ ਤੇ ਠੱਗਾਂ ਦੀ ਠੱਗਾਂ ਦੇ ਨਾਲ ਦੋਸਤੀ, ਮਖੌਲ ਕਰਨ ਵਾਲਿਆਂ ਦੀ ਮਜ਼ਾਕ ਕਰਨ ਵਾਲਿਆਂ ਦੀ ਮਜ਼ਾਕ ਕਰਨ ਵਾਲਿਆਂ ਨਾਲ ਦੋਸਤੀ, ਚੁਗਲਾਂ ਦੀ ਚੁਗਲਾਂ ਦੇ ਨਾਲ ਦੋਸਤੀ। ਜਿਹੜੇ ਨਹੀਂ ਤੈਰ ਸਕਦੇ ਉਹ ਉਹਨਾਂ ਦੇ ਕੋਲ ਬੈਠਣਗੇ, ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਉਹਨਾਂ ਦੇ ਨਾਲ ਚੁੱਪ ਕਰਕੇ ਤੈਰਨ ਲੱਗ ਪੈਣਗੇ। ਜਿਹੜੇ ਦੁਖੀ ਨੇ ਉਹ ਦੁਖੀਆਂ ਨੂੰ ਹੀ ਲੱਭਣਗੇ, ਕਿਉਂਕਿ ਕਿਸੇ ਨੂੰ ਦੁੱਖ ਸੁਣਾਉਣਾ ਪੈਣਾ ਹੈ, ਫਿਰ ਆਪਣੇ ਆਪਣੇ ਦੁੱਖ ਸੁਣਾਉਣਗੇ। ਇੱਦਾਂ ਜਿੱਦਾਂ ਆਪਣਾ ਆਪਣਾ ਸੰਗ ਲੱਭਦਾ ਹੈ ਨਾ ਬੰਦਾ, ਵੀ ਮੈਨੂੰ ਆਪਣਾ ਸਾਥੀ ਚਾਹੀਦਾ ਹੈ, ਆਪਣਾ ਮਿੱਤਰ ਚਾਹੀਦਾ ਹੈ। ਸਾਧ ਸੰਗਤ ਗੁਰਸਿੱਖ ਵਸੰਦੇ। ਇੱਦਾਂ ਜਿਹੜੇ ਗੁਰਸਿੱਖ ਨੇ ਨਾ, ਉਹ ਸਾਧੂ ਦੀ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਵਸਦੇ ਨੇ। ਅਸੀਂ ਇੱਦਾਂ ਸੰਗਤ ਦੇ ਵਿੱਚ ਆਉਣਾ ਹੈ, ਜਿੱਦਾਂ ਬਾਹਰ ਦੇ ਲੋਕ ਆਪਣਾ ਸਾਥੀ ਭਾਲਦੇ ਨੇ। ਸਾਡਾ ਸਾਥੀ ਇਹੀ ਹੈ, ਸੰਗਤ ਹੈ। ਇਹਦਾ ਮਤਲਬ ਇਹ ਨਹੀਂ ਵੀ ਬਾਹਰ ਦੇ ਕੰਮ ਕਰਨੇ ਨਹੀਂ ਜਾਂ ਬਾਹਰ ਦੀ ਮਿੱਤਰਤਾ ਆਪਾਂ ਰੱਖਣੀ ਨਹੀਂ, ਪਰ ਇਸ ਨਿਯਮ ਨੂੰ ਬਣਾ ਕੇ ਚੱਲਣਾ ਹੈ। ਜਿਹੜੀ ਮੇਨ ਗੱਲ ਅੱਜ ਹੈ ਵੀ ਭਾਈ ਸੰਗਤ ਦੇ ਵਿੱਚ ਜ਼ਰੂਰ ਪਹੁੰਚਣਾ ਹੀ ਪਹੁੰਚਣਾ ਹੈ। ਸਰੀਰਕ ਤੰਦਰੁਸਤੀ ਨਾ ਹੋਵੇ, ਕਿਤੇ ਗਏ ਹਾਂ ਕੋਈ ਗੱਲ ਨਹੀਂ, ਇਹ ਕੋਈ ਸਜ਼ਾ ਵੀ ਨਹੀਂ ਹੈ ਵੀ ਧੱਕੇ ਨਾਲ ਹੀ ਲੈ ਕੇ ਆਉਣਾ ਹੈ, ਇਹ ਵੀ ਨਹੀਂ ਹੈ। ਸਰੀਰਕ ਤੰਦਰੁਸਤੀ ਹੈ ਵੀ ਠੀਕ ਹੈ, ਸਰੀਰ ਅੱਜ ਫਿਰ ਆਉਣਾ ਹੈ, ਸਰੀਰ ਬਿਮਾਰ ਹੈ ਕਿਸੇ ਕਾਰਨ ਕਰਕੇ ਨਹੀਂ ਆ ਪਾਏ ਤੇ ਕੋਈ ਗੱਲ ਨਹੀਂ, ਪਰ ਇੱਕ ਨਿਯਮ ਬਣਾ ਕੇ ਚੱਲਣਾ ਵੀ ਭਾਈ ਸੰਗਤ ਦੇ ਵਿੱਚ ਆਉਣਾ ਹੀ ਆਉਣਾ ਹੈ। ਮਹਾਰਾਜ ਨੇ ਇਹ ਸਾਡਾ ਨਿਯਮ ਬਣਾਇਆ ਹੈ। ਸਿੱਖੀ ਦਾ ਨਿਯਮ ਇਹ ਹੈ ਵੀ 2 ਵੇਲੇ ਦੀ ਸੰਗਤ ਜ਼ਰੂਰੀ ਹੈ। ਚਲੋ ਜੇ ਅਸੀਂ 2 ਵੇਲੇ ਨਹੀਂ ਕਰ ਪਾਉਂਦੇ ਤਾਂ ਘੱਟੋ ਘੱਟ 1 ਵੇਲੇ ਦੀ ਸੰਗਤ ਜ਼ਰੂਰ ਕਰੋ। ਫਿਰ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ, ਤੁਹਾਡੇ ਵਿੱਚੋਂ ਬਹੁਤੇ ਉਹ ਨੇ ਰੋਜ਼ਾਨਾ ਦੀ ਸੰਗਤ ਵਾਲੇ, ਤੇ ਬਹੁਤ ਕੁਝ ਮੈਂ ਤੁਹਾਡੇ ਕੋਲੋਂ ਸਿੱਖਦਾ ਹਾਂ, ਤੁਹਾਨੂੰ ਸਿਖਾਉਣ ਵਾਲੀ ਤਾਂ ਗੱਲ ਹੀ ਨਹੀਂ ਹੈ। ਇਸ ਕਰਕੇ ਜ਼ਰੂਰ ਇਹਨੂੰ ਬਣਾ ਕੇ ਚੱਲੀਏ। ਮਹਾਰਾਜ ਇਸ ਸੰਗਤ ਦਾ ਪਿਆਰ ਬਣਾ ਕੇ ਰੱਖੇ, ਅਸੀਂ ਬੜਾ ਕੁਝ ਸਿੱਖ ਲਈਏ ਤਾਂ ਕਿ ਸਾਡਾ ਇੱਕ ਲੈਵਲ ਅੱਗੇ ਦੇ ਉੱਤੇ ਅਸੀਂ ਜੀ ਸਕੀਏ। ਇਹਨੂੰ ਸਿੱਖੀ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ। ਇਹ 2 ਪੌੜੀਆਂ ਜਿਹੜੀਆਂ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਦੀਆਂ ਅਸੀਂ ਵਿਚਾਰੀਆਂ ਹਨ।
ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।